साहिब जी। तेरे कवन कवन गुण कह कह गावां, तू साहिब गुणी निधान। तुमरी महिमा वरन न साकूं, तू ठाकुर ऊच भगवाना। सतनाम। धन वाहिगुरु साहिब जी। गुजरी अंत काल जो लक्ष्मी सिमरत, ऐसी चिंता मह जे मरत। सरप जोन बल बल ओतरै, अरी बाई गोबिंद नाम मत विसरै। रहाओ अंत काल जो स्त्री सिमरत, ऐसी चिंता मह जी मरत। वेसवा जोन बल बल ओतरै, अंत काल जो लड़कै सिमरै। ऐसी चिंता मह जी मरै। सूकर जोन बल बल ओतरै, अंत काल जो मंदर सिमरै। ऐसी चिंता मह जी मरै। प्रेत जोन बल बल ओतरै, अंत काल नारायण सिमरै। ऐसी चिंता मह जी मरै। वदत त्रिलोचन ते नर मुक्ता, पीतंबर वाके हृदय वसै। अंत काल नारायण सिमरै, ऐसी चिंता मह जी मरै। बदत त्रिलोचन ते नर मुक्ता, पीतंबर वाके हृदय वसै। वाहिगुरु जी का खालसा, वाहिगुरु जी की फतेह। परम सम्मानयोग जुगों जुग अटल शब्द गुरु बाणी के बोहित तन तन श्री गुरु ग्रंथ साहब महाराज जी की पावन पवित्र हजूरी विच सुभाईमान होए बैठे सतसंगी जनों, सतगुरां दी अपार कृपा सदका भगतां दी
ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅੱਜ ਵਿਚਾਰ ਅਧੀਨ ਗੋਜਰੀ ਰਾਗ ਦੇ ਵਿੱਚ ਭਗਤ ਤ੍ਰਿਲੋਚਨ ਜੀ ਦਾ ਉਚਾਰਨ ਕੀਤਾ ਹੋਇਆ ਦੂਜਾ ਸ਼ਬਦ, ਜਿਸ ਦਾ ਮੂਲ ਪਾਠ ਸੰਗਤਾਂ ਨੇ ਬੜੇ ਪ੍ਰੇਮ ਨਾਲ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੇ ਰਾਹੀਂ ਜੋ ਭਗਤ ਜੀ ਨੇ ਆਪਣੇ ਵਿਚਾਰ ਰੱਖੇ ਹਨ, ਉਹ ਵਿਚਾਰ ਹਨ ਮਨੁੱਖ ਦੀ ਜੋ ਬਿਰਤੀ ਹੈ, ਉਹ ਬਿਰਤੀ ਦੇ ਅਨੁਸਾਰ ਮਨੁੱਖ ਅੱਗੇ ਕਿਵੇਂ ਭਟਕਦਾ ਹੈ। ਇਹਨੂੰ ਭਾਈ ਗੁਰਦਾਸ ਜੀ ਨੇ ਵੀ ਆਖਿਆ। ਭਾਈ ਗੁਰਦਾਸ ਜੀ ਕਹਿੰਦੇ, ਜੀਵ ਜਿਹੜਾ ਸੰਸਾਰ ਦੇ ਵਿੱਚ ਵਾਸਨਾ ਵੱਧਦਾ ਆਵੇ ਜਾਵੇ, ਆਉਣ ਜਾਣ ਦਾ ਕਾਰਨ ਕਹਿੰਦੇ ਉਨਾ ਚਿਰ ਬਣਿਆ ਰਹਿੰਦਾ ਹੈ ਜਿੰਨਾ ਚਿਰ ਮਨੁੱਖ ਦੇ ਸੁਰਤ ਦੇ ਵਿੱਚੋਂ ਵਾਸਨਾ ਨਾ ਮੁੱਕੇ। ਵਾਸਨਾ ਹੀ ਜਨਮ ਮਰਨ ਦਾ ਕਾਰਨ ਬਣਦੀ ਹੈ। ਭਗਤ ਜੀ ਨੇ ਬੜੇ ਸੁਚੱਜੇ ਢੰਗ ਨਾਲ ਪਾਵਨ ਸ਼ਬਦ ਦੇ ਵਿੱਚ ਜਿਸ ਵਿਚਾਰ ਨੂੰ ਸਾਡੇ ਸਮਕਸ਼ ਰੱਖਿਆ ਹੈ, ਭਾਵੇਂ ਕਈ ਸੱਜਣ ਤ੍ਰਿਲੋਚਨ ਜੀ ਦੇ ਸ਼ਬਦ ਦੇ ਬਾਬਤ ਉਹ ਗੱਲ ਕਰਦੇ ਹਨ ਕਿ ਭਗਤ ਜੀ ਨੂੰ ਕਿਵੇਂ ਪਤਾ ਹੈ ਕਿ ਅਗਲੀ ਜੂਨ ਮਨੁੱਖ ਨੂੰ ਕਿੱਦਾਂ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਦੇ ਵਿਚਾਰ ਕਰਦੇ ਹਨ। ਪਰ ਜਿਹੜਾ ਰੱਬੀ ਪਿਆਰ ਦੇ ਵਿੱਚ ਆਪਣੇ ਆਪ ਨੂੰ ਜੋੜ ਲੈਂਦਾ ਹੈ, ਜਿਸ ਨੇ ਗੁਰਮਤਿ ਦੇ ਤੱਤ ਗਿਆਨ ਨੂੰ ਸਮਝ ਲਿਆ ਹੈ, ਔਰ ਜਿਹੜੀ ਵਾਸਨਾ ਜਿਸ ਵੱਲ ਮਨੁੱਖ ਨੂੰ ਖਿੱਚਦੀ ਹੈ, ਉਸ ਆਧਾਰ 'ਤੇ ਭਗਤ ਜੀ ਨੇ ਵਿਚਾਰ ਰੱਖੇ ਹਨ। ਔਰ ਇੱਕ ਅਰਦਾਸ ਕੀਤੀ ਹੈ ਪ੍ਰਭੂ ਦੇ ਚਰਨਾਂ ਵਿੱਚ ਕਿ ਮੈਨੂੰ ਕਦੇ ਉਹ ਰੱਬ, ਉਹ ਪਰਮੇਸ਼ਰ ਨਾ ਵਿਸਰੇ ਨਾ ਭੁੱਲੇ। ਅੰਤ ਵੇਲਾ ਕੀ ਹੈ ਇਹ ਵੀ ਸਮਝਣ ਦਾ ਯਤਨ ਕਰਾਂਗੇ ਸ਼ਬਦ ਵਿੱਚ। ਸੋ ਜਿਤਨੀਆਂ ਵੀ ਸੰਗਤਾਂ ਇਸ ਪ੍ਰੋਗਰਾਮ ਨਾਲ ਜੁੜ ਰਹੀਆਂ ਹਨ, ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਰਹੀਆਂ ਹਨ, ਪਿਆਰ ਨਾਲ ਗੁਰੂ ਮੰਤਰ ਦੀ ਸਾਂਝ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਦਾਸ ਅੱਜ ਵਾਚ ਰਿਹਾ ਸੀ। ਸ਼ਬਦ ਹੈ, ਜਿਸ ਸੁਖ ਤੇ ਬ੍ਰਹਮ ਮਹੇਸ਼ ਡਰਾਨਾ, ਸੋ ਸੁਖ ਹਮੂ ਸਾਜ ਕਰ ਜਾਣਾ। ਉਸ ਸ਼ਬਦ ਦੇ ਵਿੱਚ ਪਾਵਨ ਪੰਕਤੀਆਂ ਦਰਜ ਨੇ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੈ ਮਨ ਕਹਾਂ ਸਮਾਈ। ਭਗਤ ਕਬੀਰ ਸਾਹਿਬ ਜੀ ਆਖਦੇ ਨੇ ਕਿ ਹੇ ਭਰਾ, ਹੇ ਭਾਈ, ਇਸ ਮਨ ਦੀ ਖੋਜ ਕਰੀਏ, ਇਸ ਮਨ ਦਾ ਪਿੱਛਾ ਕਰੀਏ, ਇਸ ਮਨ ਨੂੰ ਸਮਝੀਏ ਕਿ ਜਦੋਂ ਮਨੁੱਖ ਦਾ ਤਨ ਛੁੱਟਦਾ ਹੈ ਤਾਂ ਮਨ ਕਿੱਥੇ ਜਾ ਕੇ ਸਮਾ ਜਾਂਦਾ ਹੈ। ਮਨ ਕਿੱਥੇ ਜਾਂਦਾ ਹੈ? ਮਨ ਦਾ ਅਰਥ ਹੈ ਵਾਸਨਾਵਾਂ, ਮਨ ਦਾ ਅਰਥ ਹੈ ਫੁਰਨੇ, ਮਨ ਦਾ ਅਰਥ ਹੈ ਖਿਆਲ, ਮਨ ਦਾ ਅਰਥ ਹੈ ਵਿਚਾਰਾਂ ਦਾ ਆਦਾਨ ਪ੍ਰਦਾਨ। ਜੋ ਜੀਵਨ ਵਿੱਚ ਫੁਰਨੇ, ਖਿਆਲ, ਵਿਚਾਰਾਂ ਸਾਡੇ ਅੰਦਰ ਚੱਲਣੀਆਂ ਨੇ, ਜਿਸ ਦੇ ਨਾਲ ਤਨ ਨਾਸ ਹੁੰਦਾ ਹੈ, ਉਸ ਦੇ ਨਾਲ ਉਹ ਵਿਚਾਰਾਂ ਕਿੱਥੇ ਜਾਂਦੀਆਂ ਹਨ?
ਇਹ ਬੜਾ ਖੋਜ ਦਾ ਵਿਸ਼ਾ ਹੈ। ਵੈਸੇ ਤਾਂ ਗੁਰਬਾਣੀ ਕਹਿੰਦੀ ਹੈ ਕਿ ਤੂੰ ਆਪਣੇ ਅੰਦਰ ਆਪਣੇ ਜੀਵਨ ਬਾਬਤ ਹਰ ਰੋਜ਼ ਖੋਜ ਕਰਿਆ ਕਰ, ਕਿਉਂਕਿ ਅੰਦਰ ਦੀ ਖੋਜ ਹੀ ਅਸਲ ਵਿੱਚ ਸਾਡੇ ਸੁੱਖ ਦੀ, ਸ਼ਾਂਤੀ ਦੀ, ਟਿਕਾਊ ਦੀ ਖੋਜ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸੇਰ ਮੇਲਾ ਦਸਤਗੀਰੀ ਨਾਹੇ। ਜਿਵੇਂ ਜਿਵੇਂ ਅਸੀਂ ਗੁਰਮਤਿ ਨੂੰ ਵਾਚਦੇ ਹਾਂ, ਗੁਰਮਤਿ ਦੇ ਨੇੜੇ ਹੁੰਦੇ ਹਾਂ, ਗੁਰਮਤਿ ਨੂੰ ਪੜ੍ਹਦੇ ਪੜ੍ਹਦੇ ਕਈ ਵਾਰੀ ਤੁਹਾਡੇ ਜੀਵਨ ਦੇ ਵਿੱਚ ਬਾਣੀ ਦੀ ਜਦੋਂ ਵਿਚਾਰ ਸਾਹਮਣੇ ਆਈ ਤਾਂ ਸਹਿਜ ਸੁਭਾਵਿਕ ਹੀ ਕਈ ਵਾਰੀ ਅਸੀਂ ਗੁਰਮਤਿ ਦੀ ਵਿਚਾਰ ਕਰਦਿਆਂ ਹੋਇਆਂ ਮਨ ਵਿੱਚ ਦੋ ਵਿਚਾਰਾਂ ਖੜੀ ਹੋ ਜਾਂਦੀਆਂ। ਇੱਕ ਪਾਸੇ ਮਹਾਰਾਜ ਕਹਿੰਦੇ ਨੇ ਆਵੋ ਸੰਤ ਪਿਆਰਿਓ ਅਕਥ ਕੀ ਕਰਾਂ ਕਹਾਣੀ। ਇੱਕ ਪਾਸੇ ਮਹਾਰਾਜ ਕਹਿੰਦੇ ਨੇ ਜਿਹੜਾ ਅਕਥ ਹੈ ਉਹਦੀ ਕਹਾਣੀ ਕਰੀਏ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਕਥ ਕਥਾ ਹੈ ਉਸ ਪਰਮਾਤਮਾ ਦੀ, ਉਹ ਕਥੀ ਨਹੀਂ ਜਾ ਸਕਦੀ, ਫਿਰ ਕੀ ਕਹਾਣੀ ਕਰੀਏ। ਅਸਲ ਵਿੱਚ ਜਿਵੇਂ ਜਿਵੇਂ ਆਪਾਂ ਗੁਰਬਾਣੀ ਨੂੰ, ਗੁਰਮਤਿ ਨੂੰ, ਗੁਰੂ ਉਪਦੇਸ਼ਾਂ ਨੂੰ ਆਪਾਂ ਸਮਝਣ ਦਾ ਯਤਨ ਕਰਾਂਗੇ ਨਾ, ਗੁਰਮਤਿ ਦੇ ਵਿੱਚ ਇਹ ਖਾਸੀਅਤ ਹੈ ਕਿ ਜਿਸ ਪ੍ਰਥਾਏ ਗੱਲ ਕੀਤੀ ਗਈ ਹੈ ਉਸ ਨੂੰ ਨੇੜੇ ਰੱਖ ਕੇ ਤਾਂ ਗੱਲ ਕੀਤੀ ਗਈ ਹੈ। ਜਿਵੇਂ ਕਿ ਕਈ ਵਾਰੀ ਸ਼ਬਦ ਆਉਂਦੇ ਨੇ, ਆਵੋ ਭੈਣੇ ਗਲ ਮਿਲਣਾ, ਆਓ ਭੈਣੇ ਰਲ ਕੇ ਇੱਕ ਦੂਜੇ ਨਾਲ ਮਿਲ ਕੇ ਬੈਠੀਏ। ਉੱਥੇ ਕਹਿੰਦੇ ਮਹਾਰਾਜ ਸਮਰਥ ਕੀ ਕਰਾਂ ਕਹਾਣੀ, ਸਮਰਥ ਪਰਮਾਤਮਾ ਦੀ ਕਹਾਣੀ ਕਰੀਏ ਆਓ। ਉਸ ਪਰਮਾਤਮਾ ਦੀ ਕਹਾਣੀ ਹੈ ਕਿ ਜਦ ਪਰਮਾਤਮਾ ਦੀ ਕਥਾ ਅਕਥ ਹੈ, ਬਿਆਨ ਨਹੀਂ ਕੀਤੀ ਜਾ ਸਕਦੀ, ਉਸ ਕਹਾਣੀ ਅਸਲ ਇਹ ਕਰਨੀ ਆਪਾਂ ਜੀਵਨ ਦੇ ਵਿੱਚ। ਕਹਿੰਦੇ ਨੇ ਉਹ ਜਿਹੜਾ ਕਰਤਾ ਪੁਰਖ ਹੈ, ਅਕਾਲ ਪੁਰਖ ਹੈ, ਕਰਤੇ ਵਿੱਚ ਸਾਰੇ ਗੁਣ ਹਨ ਅਤੇ ਸਾਡੇ ਵਿੱਚ ਸਾਰੇ ਔਗੁਣ ਹਨ। ਇਸ ਗੱਲ ਦੀ ਚਰਚਾ ਕਰਨੀ ਹੈ, ਇਸ ਗੱਲ ਦੀ ਖੋਜ ਕਰਨੀ ਹੈ ਕਿ ਕਰਤੇ ਦੀਆਂ ਖੂਬੀਆਂ ਕੀ ਨੇ ਅਤੇ ਮੇਰੇ ਜੀਵਨ 'ਚ ਅਪਰਾਧ, ਔਗੁਣ ਕੀ ਨੇ। ਇਹ ਖੋਜ ਹੈ ਸਾਰੀ ਗੁਰਬਾਣੀ ਦੀ। ਜਦੋਂ ਪਰਮਾਤਮਾ ਦੀ ਆਪਾਂ ਅਕਥ ਕਥਾ ਕਰਨੀ ਹੈ ਨਾ, ਉਹਨੂੰ ਕਥਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਇਹ ਵਿਚਾਰ ਕੀਤੀ ਜਾ ਸਕਦੀ ਹੈ। ਕਹਿੰਦੇ ਕਰਤੇ ਵਿੱਚ ਸਾਰੇ ਗੁਣ ਨੇ ਅਤੇ ਸਾਡੇ ਵਿੱਚ ਸਾਰੇ ਔਗੁਣ ਨੇ। ਆਪਣੇ ਔਗੁਣਾਂ ਦੀ ਵਿਚਾਰ ਕਰਨੀ ਹੈ। ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ। ਕਿਸ ਜੁਗਤ ਨਾਲ, ਕਿਸ ਰਸਤੇ ਦੇ ਰਾਹੀਂ, ਕਿਸ ਦੁਆਰ ਦੇ ਰਾਹੀਂ ਉਸ ਰੱਬ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਸ ਢੰਗ ਦੇ ਨਾਲ ਰੱਬ ਜੀ ਦਾ ਮਿਲਾਪ ਹਾਸਲ ਹੋ ਸਕਦਾ, ਇਹ ਤਾਂ ਆਪਾਂ ਕਥਾ ਕਰ ਸਕਦੇ ਹਾਂ। ਉਂਝ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਇਹ ਤਾਂ ਗੱਲ ਹੋ ਸਕਦੀ ਵੀ ਆਪਾਂ ਕਿਸ ਤਰੀਕੇ ਦੇ ਨਾਲ, ਕਿਸ ਜੁਗਤ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਹੈ, ਇਹੀ ਕਰਨਾ ਹੈ। ਉਹ ਤਾਂ ਜਿਤਨਾ ਵੀ ਕਥਨ ਕਰੋਗੇ ਤੇ ਬਹੁਤਾ ਕਹੀ ਹੈ, ਬਹੁਤਾ ਹੋਏ। ਅਸੀਂ ਰਲ ਕੇ ਕਿਤ ਦੁਆਰਾ ਪਾਈ ਹੈ, ਕਿਸ ਦੁਆਰ ਦੇ ਰਾਹੀਂ ਰੱਬ ਦੀ ਪ੍ਰਾਪਤੀ ਹੋਣੀ ਹੈ, ਕਿਹੜੀ ਜੁਗਤ ਹੈ ਜਿਸ ਦੇ ਨਾਲ ਆਪਾਂ ਰੱਬ ਦੀ ਨੇੜਤਾ ਹਾਸਲ ਕਰ ਸਕਦੇ ਹਾਂ। ਠੀਕ ਹੈ, ਉਸ ਪਰਮਾਤਮਾ ਨੂੰ ਅਸੀਂ ਪੂਰਨ ਨਹੀਂ ਜਾਣ ਸਕਦੇ, ਪਰ ਉਸਦੇ ਨੇੜੇ ਤਾਂ ਹੋ ਸਕਦੇ ਹਾਂ। ਇਸ ਕਰਕੇ ਬਾਣੀ ਜਿਹੜੀ ਹੈ ਨਾ ਪਿਆਰ ਵਾਲਿਓ, ਉਹ ਮਨ ਨਾਲ ਸੰਵਾਦ ਹੈ। ਬਾਣੀ ਜਿਹੜੀ ਹੈ ਨਾ ਆਪਣੇ ਮਨ ਦੇ ਨਾਲ ਸੰਵਾਦ ਹੈ, ਵਿਚਾਰ ਹੈ, ਇੱਕ ਚਰਚਾ ਹੈ।
ਮਨ ਦੇ ਨਾਲ ਆਪਸ ਵਿੱਚ ਮਿਲ ਬੈਠ ਕੇ ਵਿਚਾਰਨ ਦਾ ਕਨਸੈਪਟ ਹੈ। ਸਿੱਖੀ ਦੇ ਵਿੱਚ ਸੰਵਾਦ ਦੀ ਗੱਲ ਹੈ, ਵਿਵਾਦ ਦੀ ਗੱਲ ਨਹੀਂ ਹੈ। ਇਹ ਗੱਲ ਵੱਖਰੀ ਕਿ ਬਹੁਤੇ ਲੋਕ ਵਿਵਾਦ ਵਾਲੇ ਪਾਸੇ ਜਾਂਦੇ, ਸੰਵਾਦ ਉਹਨਾਂ ਦੇ ਜੀਵਨ ਦਾ ਕੋਈ ਆਧਾਰ ਨਹੀਂ ਹੈ। ਸੰਵਾਦ ਵਾਸਤੇ ਉਹਨਾਂ ਦੇ ਦਿਲ ਵਿੱਚ ਕੋਈ ਵੈਲਿਊ ਨਹੀਂ ਹੈ। ਸਿੱਖੀ ਵਿਵਾਦ ਦਾ ਵਿਸ਼ਾ ਨਹੀਂ, ਇਹ ਸੰਵਾਦ ਦਾ ਹੈ, ਚਰਚਾ ਦਾ ਵਿਸ਼ਾ ਹੈ, ਵਿਚਾਰ ਦਾ ਵਿਸ਼ਾ ਹੈ, ਖੋਜ ਦਾ ਵਿਸ਼ਾ ਹੈ। ਅੱਜ ਦੇ ਸ਼ਬਦ ਵਿੱਚ ਭਗਤ ਜੀ ਨੇ ਜੋ ਖੋਜ ਵਿਚਾਰ ਸਾਡੇ ਸਾਹਮਣੇ ਰੱਖੀ, ਉਹ ਕਾਬਿਲ ਤਾਰੀਫ ਹੈ। ਇਸ ਕਰਕੇ ਮੈਂ ਇੱਕ ਪੰਕਤੀ ਦਾ ਆਸਰਾ ਭਗਤ ਕਬੀਰ ਸਾਹਿਬ ਜੀ ਦਾ ਲੈ ਕੇ ਚੱਲਿਆ। ਕਹਿੰਦੇ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੈ ਮਨ ਕਹਾਂ ਸਮਾਈ। ਹੁਣ ਇੱਕ ਗੱਲ ਸ਼ਬਦ ਦੇ ਕੇਂਦਰੀ ਭਾਵ ਦੇ ਵਿੱਚ ਭਗਤ ਤ੍ਰਿਲੋਚਨ ਜੀ ਜੋ ਰੱਬ ਦੇ ਅੱਗੇ ਬੇਨਤੀ ਕਰ ਰਹੇ ਹਨ, ਔਰ ਬੇਨਤੀ ਬੜੇ ਪਿਆਰੇ ਲਹਿਜੇ ਵਿੱਚ ਕੀਤੀ। ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਹੇ ਭੈਣ, ਮੇਰੇ ਲਈ ਅਰਦਾਸ ਕਰ ਕਿ ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾ ਭੁੱਲੇ, ਤਾਂ ਜੋ ਅੰਤ ਵੇਲੇ ਉਸ ਪਰਮਾਤਮਾ ਦੀ ਯਾਦ ਮੇਰੇ ਜੀਵਨ 'ਚ ਬਣੀ ਰਵੇ। ਮੈਨੂੰ ਰੱਬ ਜੀ ਨਾ ਭੁੱਲਣ, ਪਰਮੇਸ਼ਰ ਚੇਤੇ ਰਵੇ, ਅਕਾਲ ਪੁਰਖ ਵਾਹਿਗੁਰੂ ਯਾਦ ਵਿੱਚ ਰਵੇ, ਉਹ ਭੁੱਲੇ ਨਾ। ਹੋਰ ਇੱਥੇ ਇੱਕ ਹੋਰ ਬੇਨਤੀ ਸਮਝਣ ਵਾਲੀ ਹੈ। ਜਦੋਂ ਅਰੀ ਬਾਈ, ਜਦੋਂ ਮਾਈ ਅੱਖਰ ਸੰਬੋਧਨ ਰੂਪ ਵਿੱਚ ਆਉਂਦੇ ਨੇ, ਜਾਂ ਤੁਸੀਂ ਕਈ ਵਾਰੀ ਪੜ੍ਹਦੇ ਹੋ, ਸਭ ਪਰਿਵਾਰ ਚੜ੍ਹਾਇਆ ਬੇੜੇ, ਅਤੇ ਉਹ ਪਰਿਵਾਰ ਸਾਡੀ ਸੁਰਤ ਦਾ, ਉਹ ਪਰਿਵਾਰ ਸਾਡੇ ਗਿਆਨ ਇੰਦਰੇ ਨੇ ਜਿਨ੍ਹਾਂ ਨੂੰ ਬੇੜੇ 'ਤੇ ਚਾੜਨਾ। ਆਪਾਂ ਕਈ ਵਾਰੀ ਜਦੋਂ ਇੱਦਾਂ ਦੇ ਸ਼ਬਦ ਸੁਣਦੇ ਨਾ, ਤਾਂ ਆਪਾਂ ਆਪਣੇ ਉਸ ਪਰਿਵਾਰ ਦੀ ਗੱਲ ਸਮਝਣ ਲੱਗ ਪੈਂਦੇ, ਜਿਸ ਪਰਿਵਾਰ ਦੇ ਵਿੱਚ ਸਾਡਾ ਜਨਮ ਹੋਇਆ, ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ। ਪਰ ਇੱਥੇ ਪਰਿਵਾਰ ਸਾਡੇ ਇੰਦਰੇ ਹਨ। ਅਸਲ ਵਿੱਚ ਗੁਰਬਾਣੀ ਨੂੰ ਜਿਵੇਂ ਅੰਦਰ ਜਾ ਕੇ ਇਸ ਨੂੰ ਸਮਝਣ ਦਾ ਯਤਨ ਕਰਾਂਗੇ, ਇਹ ਸੁਰਤ ਦਾ ਜੋ ਪਰਿਵਾਰ ਹੈ, ਕਿਉਂਕਿ ਸੁਰਤ ਵਿੱਚੋਂ ਹੀ ਰੂਹਾਨੀ ਗਿਆਨ ਪ੍ਰਗਟ ਹੋਇਆ। ਸੁਰਤ ਔਰ ਸ਼ਬਦ ਦਾ ਮਿਲਾਪ ਹੀ ਇਹ ਗਿਆਨ ਹੈ ਸਾਰਾ। ਜਿਤਨਾ ਵੀ ਗਿਆਨ ਭਗਤਾਂ ਦੇ ਰਾਹੀਂ ਆਇਆ, ਗੁਰੂਆਂ ਦੇ ਰਾਹੀਂ ਪ੍ਰਗਟ ਹੋਇਆ, ਇਹ ਸਾਰਾ ਗਿਆਨ ਸੁਰਤ ਅਤੇ ਸ਼ਬਦ ਦਾ ਮੇਲ ਹੈ। ਕਈ ਵਾਰੀ ਆਪਾਂ ਸਰੀਰਾਂ ਨਾਲ ਜੋੜ ਕੇ ਉਸ ਅਵਸਥਾ ਨੂੰ ਨਾ ਸਮਝਣ ਕਰਕੇ, ਜਿਹੜੀ ਅਵਸਥਾ ਗੁਰਬਾਣੀ ਵਿੱਚ ਬਿਆਨ ਕੀਤੀ ਗਈ ਹੈ, ਇਸ ਕਰਕੇ ਕਈ ਵਾਰੀ ਅਰਥ ਕਰਨ ਲੱਗਿਆ ਅਸੀਂ ਟਪਲਾ ਖਾ ਜਾਂਦੇ। ਪਰ ਉੱਥੇ ਸਾਡਾ ਪਰਿਵਾਰ ਜਿਹੜਾ ਹੈ, ਉੱਥੇ ਜਿਹੜੀ ਸਾਡੀ ਭੈਣ ਜਿਹੜੀ ਹੈ, ਜਿੱਥੇ ਕਿ ਮਾਈ ਕਰਕੇ ਸੰਬੋਧਨ ਹੈ, ਅਸਲ ਵਿੱਚ ਉਹ ਸਾਡੇ ਇਸ ਸਰੀਰ ਦੇ ਪਰਿਵਾਰ ਦੀ ਹੀ ਗੱਲ ਚੱਲ ਰਹੀ ਹੈ। ਔਰ ਮੈਂ ਕਈ ਵਾਰੀ ਬੇਨਤੀ ਕਰਦਾ, ਗੁਰਬਾਣੀ ਨੂੰ ਸਮਝਣ ਲੱਗਿਆ ਗੁਰਬਾਣੀ ਹੀ ਸਾਨੂੰ ਸਾਥ ਦੇ ਸਕਦੀ ਹੈ। ਗੁਰਬਾਣੀ ਹੀ ਸਾਨੂੰ ਆਪਣੀ ਉਂਗਲ ਫੜਾ ਕੇ ਉਸ ਕਨਸੈਪਟ ਤੱਕ ਪਹੁੰਚਾ ਸਕਦੀ ਹੈ ਜਿਹੜਾ ਕਨਸੈਪਟ ਅਸੀਂ ਸਮਝਣਾ ਚਾਹੁੰਦੇ ਹਾਂ। ਹੋਰ ਕੋਈ ਨਹੀਂ ਸਮਝਾ ਸਕਦਾ। ਜਦੋਂ ਗੁਰੂ ਨਾਨਕ ਪਾਤਸ਼ਾਹ ਵਿਚਾਰ ਕਰਦੇ ਨੇ, ਮਤ ਮਾਤਾ ਸੰਤੋਖ ਪਿਤਾ ਸਤ ਭਾਈ ਕਰ ਇਹ ਵਿਸੇਖ, ਜਿਵੇਂ ਜਿਵੇਂ ਧਿਆਨ ਨਾਲ ਸ਼ਬਦ ਨੂੰ ਵਾਚਾਂਗੇ, ਪੜ੍ਹਾਂਗੇ, ਉੱਥੇ ਸਾਰੇ ਪਰਿਵਾਰ ਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਹੈ। ਗੋੜੀ ਰਾਗ ਦਾ ਇਹ ਤੀਜਾ ਸ਼ਬਦ ਹੈ। ਮੇਰੀ ਮਾਂ ਕੌਣ ਹੈ, ਮੇਰੇ ਪਿਤਾ ਜੀ ਕੌਣ ਹਨ, ਮੇਰੀ ਭੈਣ ਕੌਣ ਹੈ, ਮੇਰੇ ਭਰਾ ਕੌਣ ਹਨ, ਮੇਰੇ ਸੱਸ ਸਹੁਰਾ ਜੀ ਕੌਣ ਹਨ, ਮੇਰੀ ਘਰਵਾਲੀ ਕੌਣ ਹੈ। ਉਸ ਸ਼ਬਦ ਵਿੱਚ ਸਾਰਾ ਜ਼ਿਕਰ ਕੀਤਾ ਗਿਆ ਔਰ ਉਹ ਅੰਦਰ ਦੀ ਇੱਕ ਅਵਸਥਾ ਹੈ ਪੂਰੀ। ਇੱਥੇ ਜਦੋਂ ਭੈਣ ਕਿਹਾ ਜਾ ਰਿਹਾ, ਅਰੀ ਬਾਈ ਕਿਹਾ ਜਾ ਰਿਹਾ, ਇਹ ਵੀ ਆਪਣੇ ਅੰਦਰ ਦੀ ਇੱਕ ਅਵਸਥਾ ਨੂੰ ਹੀ ਸੰਬੋਧਨ ਕੀਤਾ ਜਾ ਰਿਹਾ ਹੈ। ਅਰੀ ਬਾਈ, ਹੈ ਮੇਰੀ ਭੈਣ, ਮੈਨੂੰ ਗੋਬਿੰਦ ਦਾ ਨਾਮ ਨਾ ਭੁੱਲੇ, ਤੂੰ ਮੇਰੇ ਲਈ ਅਰਦਾਸ ਕਰ। ਆਪਣੇ ਸੁਰਤ ਨੂੰ ਕਿਹਾ ਜਾ ਰਿਹਾ ਕਿ ਅਰਦਾਸ ਕਰ, ਬੇਨਤੀ ਕਰ ਪਰਮਾਤਮਾ ਦੇ ਚਰਨਾਂ 'ਚ ਕਿ ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾ ਭੁੱਲੇ, ਉਹ ਮੈਨੂੰ ਚੇਤੇ ਰਵੇ। ਅਰੀ ਬਾਈ
गोबिंद नाम मत विसरै, गोबिंद नाम ना भुले। इसका अर्थ है कि सानू गोबिंद का नाम ही विसरदा है, जिसनों कहा जा रहा भी वो ना भुले। ये साडे अंदर दी एक गल है कि सानू जदों भी विसरदा है, रब जी विसरदे हैं। जदों कोई भुलदा है तो रब ही भुलदा है। एक रब ही पराया हुंदा है। इस करके गुरमत ने यह भी वचन महाराज ने सांझे किए। महाराज ने सब कुछ अपना, एक राम पराया। बंदे लिए सब कुछ अपना है, सब कुछ अपना समझ लैंदा है और मन बैठा है। फिर एक रम्या होया राम, वो अकाल पुरख वाहिगुरू इस वास्ते पराया है। हुण पराए नाल कौन गल करदा है? जदों साडी सुरत ने उन्होंने पराया समझ ही लिया, असी पराया मन ही बैठे हाँ, तो पराया याद क्यों आवेगा? पराए नाल साडा की वास्ता है? अपने नाल तां वास्ता है। सारिया चीज़ां नाल साडा वास्ता है। घर नाल, कार नाल, सोने चांदी नाल, वस्तुआं नाल, जिस परिवार विच रहिंदे उस दे नाल साडा वास्ता है। पर वो रब दे नाल साडा प्यार नहीं, क्योंकि साडे मन ने, साडे मन ने, साडे अंदर दी सुरत ने उसनूं पराया घोषित कर दिता है कि वो पराया है। क्योंकि ये दिखदियां हुई चीज़ां नूं अपना समझदी है, जो अंदरस है उन्होंने पराया ही समझती है। इस शब्द दे विच पहली गल तां कि नाम चेते रवे, नाम ना भुले, परमात्मा ना विसरे। एक ऐसे गल होर करदा चला, तुहाडी गल पकड़ विच आ जाएगी। जदों गुरबाणी दे विच इत्थे अखर वरत्या गया अंत काल जो लक्ष्मी सिमरै। अंत काल, अंत काल का अर्थ हुंदा है जो मनुख मरण वेले। अंत काल, अंत दा काल, जदों अंत हो रहा वो काल, वो समा। एक गल होर गुरबाणी विच तुसीं देखोगे कि ये मनुखा जीवन भी अंत काल है। सारा जीवन अंत काल है। कई जन्म पह कीट पतंगा, कई जन्म गजमीन कुरंगा, कई जन्म पंखी सर्ब होयो, कई जन्म हैबर वृख जोयो, मिल जगदीश मिलन की वरिया, चिरंकाल ए देह संजरिया। चिरंकाल ए देह संजर, लंबे समय तो बाद ये देही प्राप्त हुई है। और गुरबाणी ने इस मनुखा देह नूं आखिरला जन्म किया है। लग 84 भरमत्यां दुर्लभ जन्म पाए हुए, ये दुर्लभ जन्म असी प्राप्त किया है। ये मनुखा जीवन ही सारा अंत काल है। पर इत्थे अंत काल जिहड़ा अखर वरत्या जा रहा है, ये बड़ा समझन वाला ते विचारन वाला है। अंत काल जो लक्ष्मी सिमरै, लक्ष्मी का अर्थ है धन पदार्थ। लक्ष्मी इत्थे देवी का अर्थ नहीं है। लक्ष्मी देवी के अर्थां विच नहीं है। इत्थे लक्ष्मी का अर्थ है धन पदार्थ माया। जो मनुख अंत वेले धन पदार्थ चेते करता है, भगत जी कहते ऐसी चिंता में जे मरै, कहते ने इस सोच विच ही मर जाता है। तो कहन लगे सर्प जोन बल बल उतरै। वो मुड़ मुड़ सप दी जून दे विच पैदा हुंदा है, सप दी जूनी विच जांदा है। मैं दो कंसैप्ट पहला क्लीयर कर लवां। अंत काल, मैं एक गाथा पढ़ रहा सी और थोड़े समझाण वास्ते मैं थोड़े सामने रखांगा ताकि सानू गल पकड़ विच आवे। एक मनुख पूरी जिंदगी कारोबार करता रहा, दुकान करता रहा। जो जो काम असी कर रहे हाँ, ये ध्यान रखना जीवन च, जिहड़ा भी किता असी अपनाया जीवन के अंदर।
ਉਹ ਮਨੁੱਖ ਦੁਕਾਨਦਾਰੀ ਕਰਦਾ ਹੈ, ਉਹ ਮਨੁੱਖ ਬਿਮਾਰ ਹੋ ਜਾਂਦਾ ਹੈ, ਡਾਕਟਰਾਂ ਦੇ ਕੋਲ ਪਰਿਵਾਰ ਉਸ ਨੂੰ ਲੈ ਕੇ ਜਾਂਦੇ ਹਨ। ਡਾਕਟਰ ਕਹਿੰਦੇ ਹਨ ਵੀ ਜਾਓ ਸੇਵਾ ਕਰ ਲਓ, ਬੈਠ ਕੇ ਇਸ ਦੇ ਕੋਲ ਨਾਮ ਜਪੋ, ਇਸ ਨੂੰ ਵੀ ਨਾਮ ਜਪਾਓ। ਲਾਸਟ ਡਾਕਟਰ ਇਹ ਕਹਿੰਦੇ ਨੇ, ਜਦੋਂ ਡਾਕਟਰ ਦੇਖ ਲੈਂਦੇ ਨੇ ਹੁਣ ਦਵਾਈ ਦਾ ਕੋਈ ਅਸਰ ਨਹੀਂ ਹੋ ਰਿਹਾ, ਦਵਾਈ ਕੋਈ ਕੰਮ ਨਹੀਂ ਕਰ ਰਹੀ, ਸਰੀਰ ਨੇ ਸਾਥ ਛੱਡ ਦਿੱਤਾ ਹੈ, ਤਾਂ ਉਹ ਕਹਿੰਦੇ ਘਰ ਲੈ ਜਾਓ, ਜਾ ਕੇ ਸੇਵਾ ਕਰੋ। ਮੈਂ ਗਾਥਾ ਪੜ੍ਹਿਆ ਸੀ, ਇਸ ਬੰਦੇ ਨੂੰ ਵੀ ਕਹਿ ਦਿੱਤਾ ਗਿਆ ਵੀ ਜਾ ਕੇ ਸੇਵਾ ਕਰੋ। ਘਰ ਵਾਲੀ ਭਗਤੀ ਭਾਵ ਦੇ ਨਾਲ ਭਰਪੂਰ ਸੀ, ਨਾਮ ਸਿਮਰਨ ਨਾਲ ਜੁੜੀ ਹੋਈ ਸੀ। ਜਦੋਂ ਡਾਕਟਰ ਨੇ ਜਵਾਬ ਦਿੱਤਾ, ਉਸ ਨੂੰ ਨਹੀਂ ਦੱਸਿਆ ਗਿਆ, ਉਸ ਨੂੰ ਘਰ ਲੈ ਕੇ ਆ ਗਏ। ਘਰ ਵਾਲੀ ਨੇ ਉਹਨਾਂ ਨੂੰ ਕਿਹਾ ਵੀ ਤੂੰ ਉਸ ਰੱਬ ਨੂੰ ਚੇਤੇ ਕਰ, ਰਾਮ ਰਾਮ ਕਹਿ, ਉਸ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ। ਇਹ ਗੱਲ ਯਾਦ ਰੱਖਣਾ, ਜਿਸ ਮਨੁੱਖ ਨੇ ਪੂਰੀ ਜ਼ਿੰਦਗੀ ਸ਼ਬਦ ਨਾਲ ਸਾਂਝ ਨਹੀਂ ਬਣਾਈ, ਪੂਰੀ ਜ਼ਿੰਦਗੀ ਗੁਰਬਾਣੀ ਨਹੀਂ ਪੜ੍ਹੀ, ਜਿਹੜਾ ਪੂਰਾ ਜ਼ਿੰਦਗੀ ਸਤਸੰਗ ਤੋਂ ਵਾਂਝਾ ਰਿਹਾ, ਆਖਿਰਲੇ ਵਕਤ ਉਹਨੂੰ ਸਤਸੰਗ ਦੀਆਂ ਗੱਲਾਂ ਦੱਸੋ, ਸਤਸੰਗ ਦੀ ਗੱਲ ਕਰੋ, ਅਤੇ ਇਹ ਗੱਲ ਬਹੁਤੀ ਅਸਰ ਨਹੀਂ ਕਰਦੀ। ਫਿਰ ਵੀ ਜਦੋਂ ਉਸਨੇ ਕਿਹਾ ਵੀ ਡਾਕਟਰ ਨੇ ਕਿਹਾ ਵੀ ਤੁਹਾਡਾ ਔਖਾ ਵਕਤ ਹੈ, ਤੁਸੀਂ ਰੱਬ ਨੂੰ ਚੇਤੇ ਕਰੋ, ਉਹ ਔਖੇ ਵਕਤ ਦੇ ਵਿੱਚ ਰੱਬ ਨੂੰ ਚੇਤੇ ਕਰਦਾ ਹੈ, ਪਰ ਉਸ ਦਾ ਧਿਆਨ ਬਹੁਤੀ ਦੇਰ ਟਿਕਦਾ ਨਹੀਂ ਸਿਮਰਨ ਵਿੱਚ, ਨਾਮ ਦੇ ਵਿੱਚ, ਸ਼ਬਦ ਵਿੱਚ। ਉਹ ਗੱਲ ਪੁੱਛਦਾ ਹੈ ਕਿ ਮੇਰਾ ਵੱਡਾ ਪੁੱਤਰ ਕਿੱਥੇ ਹੈ? ਘਰ ਵਾਲੀ ਕਹਿੰਦੀ ਹੈ, ਕੋਲ ਬੈਠੀ ਹੋਈ ਹੈ, ਤੁਸੀਂ ਕੀ ਲੈਣਾ ਵੱਡੇ ਪੁੱਤਰ ਤੋਂ, ਤੁਸੀਂ ਆਪਣਾ ਰਾਮ ਰਾਮ ਕਹੋ। ਡਾਕਟਰ ਨੇ ਕਿਹਾ ਔਖਾ ਵਕਤ ਹੈ। ਉਹ ਫਿਰ ਲੰਬਾ ਪੈ ਜਾਂਦਾ, ਥੋੜ੍ਹੀ ਦੇਰ ਫਿਰ ਸਿਮਰਨ ਕਰਦਾ ਹੈ, ਯਾਦ ਕਰਦਾ ਹੈ, ਫਿਰ ਔਖਾ ਹੋ ਕੇ ਉੱਠਦਾ ਹੈ, ਕਿਉਂਕਿ ਬਿਲਕੁਲ ਸਰੀਰ ਨਿਢਾਲ ਹੋ ਚੁੱਕਿਆ ਹੈ। ਫਿਰ ਪੁੱਛਦਾ ਮੇਰਾ ਵਿਚਕਾਰਲਾ ਪੁੱਤਰ ਕਿੱਥੇ? ਕਹਿੰਦੇ ਉਹ ਵੀ ਇੱਥੇ ਘਰ ਦੇ ਵਿੱਚ ਹੀ ਹੈ। ਉਹ ਕਹਿੰਦੇ ਤੁਸੀਂ ਹੁਣ ਪੁੱਤਰਾਂ 'ਤੇ ਕੀ ਲੈਣਾ, ਤੁਸੀਂ ਉਹਦਾ ਨਾਮ ਜਪੋ, ਉਹਨੂੰ ਯਾਦ ਕਰੋ। ਇਹ ਫਿਰ ਪੈ ਜਾਂਦਾ, ਫਿਰ ਯਾਦ ਕਰਦਾ, ਤੀਜੀ ਵਾਰੀ ਫਿਰ ਉੱਠਦਾ, ਫਿਰ ਪੁੱਛਦਾ ਮੇਰਾ ਤੀਜਾ ਪੁੱਤਰ ਕਿੱਥੇ ਹੈ? ਘਰ ਵਾਲੀ ਕਹਿੰਦੇ ਕੀ ਲੈਣਾ ਪੁੱਤਰਾਂ ਤੋਂ, ਤੁਸੀਂ ਰੱਬ ਨੂੰ ਚੇਤੇ ਕਰੋ, ਦੇਖੋ ਤੁਹਾਡੇ ਨਾਲ ਹੀ ਬੈਠਾ ਹੋਇਆ। ਹੁਣ ਜਦ ਘਰ ਵਾਲੀ ਕਹਿ ਰਹੀ ਹੈ ਤੁਸੀਂ ਰੱਬ ਦਾ ਨਾਮ ਕਹੋ, ਪਰਮੇਸ਼ਰ ਨੂੰ ਸਿਮਰੋ, ਅਤੇ ਇਹ ਕਹਿੰਦਾ ਹੈ ਕਿ ਤਿੰਨੇ ਪੁੱਤਰ ਘਰ ਦੇ ਵਿੱਚ ਨੇ, ਫਿਰ ਦੁਕਾਨ 'ਤੇ ਕੌਣ ਹੈ? ਇਹ ਤਾਂ ਮੇਰੀ ਦੁਕਾਨ ਨੂੰ ਉਜਾੜ ਦੇਣਗੇ, ਤਿੰਨੇ ਘਰ ਦੇ ਵਿੱਚ ਹੀ ਨੇ। ਔਰ ਇਤਨੇ ਕਹਿੰਦੇ ਪ੍ਰਾਣ ਨਿਕਲ ਗਏ। ਦੁਕਾਨ 'ਤੇ ਕੌਣ ਹੈ? ਮਰਨ ਲੱਗਿਆ ਵੀ ਦੁਕਾਨ ਚੇਤੇ ਹੈ, ਰੱਬ ਚੇਤੇ ਨਹੀਂ ਹੈ। ਕਿਉਂ ਚੇਤੇ ਨਹੀਂ ਹੈ? ਕਿਉਂਕਿ ਪੂਰੀ ਜ਼ਿੰਦਗੀ ਜੋ ਕੀਤਾ ਹੈ, ਮਰਨ ਵੇਲੇ ਉਹੀ ਚੇਤੇ ਆਉਂਦਾ। ਜਿਤਨਾ ਮਰਜ਼ੀ ਕਹੋ ਕਿ ਤੂੰ ਅੰਤ ਵੇਲੇ ਰੱਬ ਕਹਿ, ਪਰਮਾਤਮਾ ਦੀ ਬੰਦਗੀ ਕਰ, ਉਸਦੇ ਨਾਮ ਨੂੰ ਜਪ, ਜਿਤਨਾ ਮਰਜ਼ੀ ਤੁਸੀਂ ਸੁਣਾਉਣ ਦਾ ਵੀ ਯਤਨ ਕਰੋ, ਉਹਦੀ ਸੁਰਤ ਉੱਥੇ ਟਿਕੇਗੀ ਨਹੀਂ। ਕਈ ਬੰਦੇ ਕਹਿੰਦੇ ਨੇ ਵੀ ਸੁਖਮਨੀ ਸਾਹਿਬ ਦਾ ਪਾਠ ਕਰੋ ਜੀ ਅੰਤ ਵੇਲੇ, ਕੋਈ ਕਹਿੰਦਾ ਜਪਜੀ ਸਾਹਿਬ ਦਾ ਪਾਠ ਕਰੋ। ਮੈਂ ਬੜੇ ਕੇਸ ਦੇਖੇ ਇੱਦਾਂ ਦੇ ਆਪਣੇ ਜੀਵਨ ਕਾਲ ਦੇ ਵਿੱਚ, ਬਹੁਤ ਸਾਰਾ, ਕਿਉਂਕਿ ਵਿਚਰਨ ਦਾ ਮੌਕਾ ਮਿਲਿਆ। ਮੈਂ ਬੇਨਤੀ ਕਰਾਂ ਉੱਥੇ ਜਪਜੀ ਸਾਹਿਬ ਕਰ ਲਓ, ਸੁਖਮਨੀ ਸਾਹਿਬ ਕਰ ਲਓ, ਪਰ ਮਨੁੱਖ ਦੀ ਸੁਰਤ ਉੱਥੇ ਹੈ ਨਹੀਂ। ਸੁਰਤ ਉੱਥੇ ਹੀ ਜਿੱਥੇ ਕਿ ਮਨੁੱਖ ਨੇ ਪੂਰੀ ਜ਼ਿੰਦਗੀ ਆਪਣੇ ਮਨ ਨੂੰ ਲਾ ਕੇ ਰੱਖਿਆ। ਇਸ ਕਰਕੇ ਅੰਤ ਵੇਲਾ ਉਹੀ ਹੁੰਦਾ ਹੈ ਜੋ ਮਨੁੱਖ ਨੇ ਪੂਰੀ ਜ਼ਿੰਦਗੀ ਦੇ ਮਿਲੇ ਹੋਏ ਸਮੇਂ ਵਿੱਚ ਕੀਤੇ ਹੋਏ ਕਰਮ ਨੇ। ਜਦੋਂ ਪ੍ਰਾਣ ਨਿਕਲਦੇ ਹਨ ਉਸ ਵੇਲੇ ਵੀ ਉਹੀ ਗੱਲਾਂ ਚੇਤੇ ਰਹਿੰਦੀਆਂ ਹਨ। ਭਗਤ ਤ੍ਰਿਲੋਚਨ ਜੀ ਉਸ ਹਿਸਾਬ ਦੇ ਨਾਲ ਕਹਿ ਰਹੇ ਨੇ ਕਿ ਅੰਤ ਕਾਲ ਜੋ ਲਕਸ਼ਮੀ ਸਿਮਰੈ, ਜਿਹੜਾ ਕਿ ਮਾਇਆ ਨੂੰ, ਧਨ ਪਦਾਰਥਾਂ ਨੂੰ ਚੇਤੇ ਕਰਦਾ ਹੈ। ਐਸੀ ਚਿੰਤਾ ਮੈਂ ਜੇ ਮਰੈ, ਜਿਹਨੂੰ ਮਾਇਆ ਦੀ ਚਿੰਤਾ ਪਈ ਹੋਈ ਹੈ, ਜਿਹੜਾ ਕਿ ਮਾਇਆ ਦੀ ਸੋਚ ਵਿੱਚ ਡੁੱਬਿਆ ਹੋਇਆ, ਜਿਹਨੂੰ ਕੇਵਲ ਮਾਇਆ ਚੇਤੇ ਆ ਰਹੀ ਹੈ, ਪਦਾਰਥ ਚੇਤੇ ਆ ਰਹੇ ਨੇ, ਧਨ ਚੇਤੇ ਆ ਰਿਹਾ ਹੈ। ਕਹਿੰਦੇ ਜੇ ਐਸੀ ਸੋਚ ਵਿੱਚ ਮਨੁੱਖ ਮਰ ਜਾਂਦਾ ਹੈ ਤੇ ਕਹਿੰਦੇ ਉਹ ਸੱਪ ਦੀ ਜੋਨ ਵਿੱਚ ਜਨਮ ਲੈਂਦਾ ਹੈ। ਸੱਪ ਦੀ ਜੋਨ ਵਿੱਚ ਕਿਉਂ ਕਰ ਰਹੇ ਹਨ? ਹੋਰ ਜੋਨ ਕਿਉਂ ਨਹੀਂ ਦੱਸੀ? ਕਿਉਂਕਿ ਇੱਕ ਪੁਰਾਤਨ ਸਮੇਂ ਤੋਂ ਹੀ ਇੱਕ ਖਿਆਲ ਚੱਲਦਾ ਆ ਰਿਹਾ ਹੈ ਕਿ ਸੱਪ ਜਿਹੜਾ ਹੈ
ਉੱਥੇ ਕੁੰਡਲੀ ਬਣਾ ਕੇ ਬਹਿੰਦਾ ਹੈ, ਜਿੱਥੇ ਕਿ ਖਜ਼ਾਨਾ ਹੁੰਦਾ, ਜਿੱਥੇ ਮਾਇਆ ਹੁੰਦੀ ਹੈ, ਜਿੱਥੇ ਸੋਨਾ ਚਾਂਦੀ ਦਾ ਕਿਤੇ ਖਜ਼ਾਨਾ ਹੋਵੇ, ਉੱਥੇ ਸੱਪ ਬਹਿੰਦਾ ਹੈ। ਕਿਉਂਕਿ ਸੱਪ ਦੀ ਜਿਹੜੀ ਸੁਰਤ ਹੈ, ਉਹ ਸੁਰਤ ਧਨ ਦੇ ਆਲੇ ਦੁਆਲੇ ਰਹਿੰਦੀ ਹੈ। ਇਸ ਕਰਕੇ ਕਹਿੰਦੇ ਜਿਹੜਾ ਮਨੁੱਖ ਅੰਤ ਕਾਲ ਦੇ ਵਿੱਚ ਮਰਨ ਵੇਲੇ ਜਿਸ ਦੇ ਅੰਦਰ ਸੁਰਤ ਇਸ ਚਿੰਤਾ ਵਿੱਚ ਹੈ ਕਿ ਹਾਏ ਮੇਰਾ ਧਨ, ਹਾਏ ਮੇਰੇ ਪਦਾਰਥ, ਇਹਨਾਂ ਦਾ ਕੀ ਬਣੇਗਾ, ਤੇ ਕਹਿੰਦੇ ਉਸ ਨੂੰ ਫਿਰ ਸੱਪ ਦੀ ਜੂਨ ਮਿਲਦੀ, ਉਹ ਸੱਪ ਦੀ ਜੂਨ 'ਚ ਚਲਾ ਜਾਂਦਾ ਹੈ, ਕਿਉਂਕਿ ਉਹ ਆਪਣੀਆਂ ਵਾਸਨਾਵਾਂ ਤੋਂ, ਆਪਣੇ ਖਿਆਲਾਂ ਤੋਂ ਮੁਕਤ ਨਹੀਂ ਹੋਇਆ। ਔਰ ਜਿੰਨਾ ਚਿਰ ਅਸੀਂ ਵਾਸਨਾਵਾਂ ਨਹੀਂ ਛੱਡਾਂਗੇ, ਉਨਾ ਚਿਰ ਇਹ ਜਨਮ ਮਰਨ ਦਾ ਗੇੜ ਗੁਰਬਾਣੀ ਕਹਿੰਦੀ ਇਹ ਖਤਮ ਨਹੀਂ ਹੋ ਸਕਦਾ। ਇਹ ਵਿਚਾਰਧਾਰਾ ਭਗਤ ਤਰਲੋਚਨ ਜੀ ਸਾਡੇ ਸਾਹਮਣੇ ਰੱਖ ਰਹੇ ਨੇ। ਅਗਲੀ ਉਦਾਹਰਨ ਕਹਿਣ ਲੱਗੇ, ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੀ ਮਰੈ। ਜੋ ਮਨੁੱਖ ਮਰਨ ਵੇਲੇ ਆਪਣੀ ਇਸਤਰੀ ਨੂੰ ਯਾਦ ਕਰਦਾ ਹੈ, ਇਸਤਰੀ ਪੁਰਸ਼ ਨੂੰ ਯਾਦ ਕਰਦੀ ਹੈ, ਔਰ ਇਸੇ ਯਾਦ ਦੇ ਵਿੱਚ ਪ੍ਰਾਣ ਤਿਆਗ ਦਿੰਦਾ ਮਨੁੱਖ, ਤੇ ਉਹ ਮੁੜ ਮੁੜ ਵੇਸਵਾ ਦਾ ਜਨਮ ਲੈਂਦਾ ਹੈ। ਅਗਲੇ ਬਚਨ ਕੀਤੇ, ਅੰਤ ਕਾਲ ਜੋ ਲੜਕੈ ਸਿਮਰੈ ਐਸੀ ਚਿੰਤਾ ਮੈਂ ਜੀ ਮਰੈ ਸੂਕਰ ਜੋਨ ਬਲਬਲ ਉਤਰੈ। ਜੋ ਮਨੁੱਖ ਅੰਤ ਵੇਲੇ ਆਪਣੇ ਪੁੱਤਰਾਂ ਨੂੰ ਯਾਦ ਕਰਦਾ ਹੈ, ਲੜਕਿਆਂ ਨੂੰ ਸਿਮਰਦਾ ਹੈ, ਪੁੱਤਾਂ ਨੂੰ ਯਾਦ ਕਰਦਾ ਕਰਦਾ ਹੀ ਮਰ ਜਾਂਦਾ ਹੈ, ਉਹ ਸੂਰ ਦੀ ਜੂਨ ਵਿੱਚ ਮੁੜ ਮੁੜ ਜਨਮਦਾ ਹੈ। ਇਹ ਖਿਆਲ ਇਸ ਕਰਕੇ ਦਿੱਤੇ ਨੇ ਕਿਉਂਕਿ ਸੂਰੀ ਦੇ 27 ਤੋਂ 30 ਬੱਚੇ ਹੁੰਦੇ ਹਨ। ਵੀ ਤੂੰ ਮਨੁੱਖਾ ਜੀਵਨ ਦੇ ਵਿੱਚ ਪੁੱਤਰ ਪੁੱਤਰ ਕਰ ਰਿਹਾ ਸੀ, ਸੰਤਾਨ ਕਰ ਰਿਹਾ ਸੀ, ਲੈ ਇਤਨਾ ਵੱਡਾ ਟੱਬਰ, ਇਤਨੇ ਪੁੱਤਰਾਂ ਨੂੰ ਸੰਭਾਲ, ਇਤਨੀ ਸੰਤਾਨ ਨੂੰ ਸੰਭਾਲ। ਕਿਉਂਕਿ ਸੂਰੀ ਦੇ 27 ਤੋਂ 30 ਬੱਚੇ ਹੁੰਦੇ ਨੇ ਇੱਕ ਵਾਰੀ ਦੇ ਵਿੱਚ। ਇਤਨੇ ਬੱਚਿਆਂ ਦੀ ਮਾਂ ਬਣਦੀ ਹੈ। ਭਗਤ ਜੀ ਕਹਿੰਦੇ ਨੇ ਉਹ ਅੰਤ ਕਾਲ ਜਿਹੜਾ ਆਪਣੇ ਪੁੱਤਰਾਂ ਨੂੰ ਯਾਦ ਕਰਦਾ, ਉਹਨਾਂ ਦੀ ਯਾਦ ਦੇ ਵਿੱਚ ਪ੍ਰਾਣ ਤਿਆਗ ਜਾਂਦਾ ਹੈ, ਤੇ ਉਹ ਸੂਰ ਦੀ ਜੂਨ ਦੇ ਵਿੱਚ ਚਲਾ ਜਾਂਦਾ ਹੈ, ਔਰ ਉਸ ਜੂਨ ਵਿੱਚ ਜਾ ਕੇ ਜਨਮ ਲੈਂਦਾ ਹੈ। ਫਿਰ ਕਹਿਣ ਲੱਗੇ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੂਨ ਬਲਬਲ ਉਤਰੈ। ਜੋ ਮਨੁੱਖ ਆਖਰ ਵੇਲੇ ਆਪਣੇ ਘਰ ਮਹਿਲ ਮਾੜੀਆਂ ਦੇ ਹੋਕੇ ਲੈਂਦਾ ਹੈ, ਇਹਨਾਂ ਹੋਕਿਆਂ ਦੇ ਵਿੱਚ ਸਰੀਰ ਛੱਡ ਜਾਂਦਾ ਹੈ, ਹਾਏ ਮੇਰਾ ਘਰ, ਹਾਏ ਮੇਰਾ ਘਰ। ਬਹੁਤ ਲੋਕ ਹੁੰਦੇ ਨੇ ਜਿਹੜੇ ਕਿ ਘਰ ਦੀ ਯਾਦ ਵਿੱਚ ਸੁਰਤ ਦੇ ਅੰਦਰ ਘਰ ਹੀ ਚੱਲ ਰਿਹਾ ਹੁੰਦਾ ਹੈ। ਔਰ ਮੈਂ ਇਹ ਤਾਂ ਪ੍ਰਤੱਖ ਦੇਖਿਆ। ਇੱਕ ਰੋਪੜ ਦੇ ਵਿੱਚ ਦਾਸ ਉੱਥੇ ਕਥਾ ਕਰਦਾ ਸੀ, ਅਤੇ ਇੱਕ ਪ੍ਰੇਮੀ ਸੱਜਣ, ਅਤੇ ਉਹ ਪਹਿਲਾਂ ਬੜੇ ਛੋਟੇ ਜਿਹੇ ਘਰ 'ਚ ਰਹਿ ਰਹੇ ਸਨ, ਅਤੇ ਉਹਨਾਂ ਦਾ ਜਮਾਈ ਇੰਗਲੈਂਡ ਦੇ ਵਿੱਚ ਰਹਿੰਦਾ ਸੀ, ਅਤੇ ਉਹਨੇ 50-60 ਲੱਖ ਰੁਪਇਆ ਉਹਨਾਂ ਨੂੰ ਭੇਜਿਆ ਕਿ ਪਿਤਾ ਜੀ, 2 ਬੇਟੀਆਂ ਹੀ ਸਨ, ਦੋਨੋਂ ਇੱਕ ਅਮਰੀਕਾ ਰਹਿੰਦੀ ਸੀ, ਇੱਕ ਇੰਗਲੈਂਡ ਰਹਿੰਦੀ ਸੀ। ਉਹਨਾਂ ਨੇ ਕਿਹਾ ਵੀ ਘਰ ਵਧੀਆ ਬਣਾਓ, ਤੁਹਾਡੀ ਘਰ ਦੀ ਬੜੀ ਖੁਆਇਸ਼ ਰਹੀ ਹੈ ਕਿ ਘਰ ਮੇਰਾ ਸੋਹਣਾ ਹੋਣਾ ਚਾਹੀਦਾ, ਤੁਹਾਡੇ ਕੋਲ ਇੱਕੋ ਹੀ ਕਮਰਾ ਰਹਿਣ ਨੂੰ। ਸੱਚ ਜਾਣਨਾ, ਉਹਨਾਂ ਦੇ ਮਨ ਦੇ ਅੰਦਰ ਜਦੋਂ ਪੈਸੇ ਆ ਗਏ ਬੈਂਕ ਦੇ ਵਿੱਚ, ਉਹਨਾਂ ਨੇ ਕਿਹਾ ਵੀ ਤੁਸੀਂ ਅਰਦਾਸ ਕਰੋ ਕਿ ਮੇਰਾ ਸਭ ਤੋਂ ਸੋਹਣਾ ਪਿੰਡ ਦੇ ਵਿੱਚ ਘਰ ਹੋਵੇ, ਮੇਰੇ ਨਾਲੋਂ ਚੰਗਾ ਕਿਸੇ ਦਾ ਘਰ ਨਾ ਹੋਵੇ। ਬੜੀ ਰੀਝ ਨਾਲ ਘਰ ਬਣਵਾਇਆ, ਔਰ ਹਰ ਵੇਲੇ ਘਰ, ਇੱਥੇ ਇਹ ਕਰਨਾ, ਇੱਥੇ ਇਹ ਕਰਨਾ, ਮੈਂ ਇੱਥੇ ਇੱਦਾਂ ਰਿਹਾ ਕਰਾਂਗਾ, ਇੱਥੇ ਇਹ ਚੀਜ਼ਾਂ ਬਣਾਉਣੀਆਂ, ਰੱਬ ਦੀ ਕਰਨੀ ਕਿ 6-7 ਮਹੀਨੇ ਵਿੱਚ ਇੱਕ ਸੁੰਦਰ ਘਰ ਬਣਾ ਕੇ ਤਿਆਰ ਕਰ ਲਿਆ। ਬੜਾ ਪੈਸਾ ਲਾਇਆ, ਹਰ ਇੱਕ ਵਧੀਆ ਚੀਜ਼ਾਂ ਲਾਈਆਂ, ਪਰ ਜਿਸ ਦਿਨ ਗ੍ਰਹਿ ਪ੍ਰਵੇਸ਼ ਕਰਨਾ ਸੀ ਉਸ ਦਿਨ ਰਾਤ ਨੂੰ ਅਕਾਲ ਚਲਾਣਾ ਕਰ ਗਏ। ਪਹਿਲੇ ਦਿਨ ਵੀ ਮੇਰੇ ਨਾਲ ਗੱਲ ਹੋਈ, ਕਹਿਣ ਲੱਗੇ ਹੁਣ ਵਧੀਆ ਘਰ ਦੇ ਵਿੱਚ ਆਪਾਂ ਰਹਾਂਗੇ, ਸੋਹਣਾ ਘਰ ਦੇ ਦਿੱਤਾ ਮਹਾਰਾਜ ਨੇ, ਕੱਲ੍ਹ ਨੂੰ ਕਹਿੰਦੇ ਆਪਾਂ ਗ੍ਰਹਿ ਪ੍ਰਵੇਸ਼ ਕਰ ਜਾਣਾ। ਪਰ ਇਹ ਨਹੀਂ ਸੀ ਪਤਾ ਕਿ ਘਰ ਦੀ ਐਡੀ ਯਾਦ ਵਿੱਚ, ਘਰ ਦੇ ਹੋਕੇ ਲੈਂਦਿਆਂ ਹੋਇਆਂ ਮੇਰਾ ਘਰ ਸਭ ਤੋਂ ਸੁੰਦਰ, ਸਭ ਤੋਂ ਪਿਆਰਾ, ਪਰ ਇਹ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਸ ਯਾਦ ਦੇ ਵਿੱਚ ਪ੍ਰਾਣ ਵੀ ਚਲੇ ਜਾਣੇ ਨੇ, ਜੀਵਨ ਸਮਾਪਤ ਹੋ ਜਾਣਾ। ਭਗਤ ਜੀ ਕਹਿੰਦੇ ਨੇ, ਕਹਿੰਦੇ ਜਿਹੜਾ ਮਨੁੱਖ ਘਰ ਦੀ ਯਾਦ ਦੇ ਵਿੱਚ ਮਰ ਜਾਂਦਾ ਹੈ,
ਪ੍ਰੇਤ ਜੋਨ ਬਲਬਲ ਉਤਰੈ। ਕਹਿੰਦੇ ਉਹ ਮੁੜ ਮੁੜ ਪ੍ਰੇਤ ਬਣਦਾ ਹੈ, ਪ੍ਰੇਤ ਦੀ ਜੋਨ। ਕਿਉਂਕਿ ਗੁਰਬਾਣੀ ਨੇ ਇਹ ਨਹੀਂ ਕਿਹਾ ਵੀ ਪ੍ਰੇਤ ਨਹੀਂ ਹੁੰਦੇ। ਸੁਗਰ ਮ੍ਰਕਾਚ ਭੂਤ ਪ੍ਰੇਤ ਸਾਰੀਆਂ ਚੀਜ਼ਾਂ ਇਹ ਜੂਨਾਂ ਹੈਗੀਆਂ ਨੇ। ਗੁਰਮਤਿ ਦੇ ਕਨਸੈਪਟ ਨੂੰ ਬੜਾ ਸਮਝਣ ਵਾਲਾ। ਗੁਰਮਤਿ ਨੇ ਕੁਛ ਚੀਜ਼ਾਂ ਦਾ ਜਿਹੜੀਆਂ ਜੂਨਾਂ ਨੇ ਉਹਨਾਂ ਦਾ ਖੰਡਨ ਨਹੀਂ ਕੀਤਾ, ਸਗੋਂ ਦੱਸਿਆ ਕਿ ਜਿਹੜਾ ਨਾਮ ਜਪਦਾ, ਜਿਹੜਾ ਬੰਦਗੀ ਕਰਦਾ, ਉਹਦੇ ਨੇੜੇ ਭੂਤ ਪ੍ਰੇਤ ਕੋਈ ਵੀ ਚੀਜ਼ ਉਸ ਮਨੁੱਖ ਦੇ ਜੀਵਨ 'ਚ ਅਸਰ ਨਹੀਂ ਕਰਦੀ। ਜਿਹੜਾ ਨਾਮ ਨਾਲ ਜੁੜ ਜਾਂਦਾ ਹੈ, ਗੁਰਬਾਣੀ ਨਾਲ ਜੁੜ ਜਾਂਦਾ ਹੈ। ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਦੀ ਇੱਕ ਘਟਨਾ ਇਤਿਹਾਸ ਲਿਖੀ ਹੋਈ ਹੈ ਕਿ ਇੱਕ ਸਿੱਖ ਨੂੰ ਲੈ ਕੇ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਗੋਇੰਦਵਾਲ ਸਾਹਿਬ ਪਰਿਵਾਰ ਲੈ ਕੇ ਆਇਆ। ਕਹਿਣ ਲੱਗੇ ਮਹਾਰਾਜ ਇਹਨੂੰ ਭੂਤ ਚਿਮੜੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਵਰੋਸ ਆਏ, ਤੀਜੇ ਪਾਤਸ਼ਾਹ ਇੱਕ ਗੱਲ ਪੁੱਛਦੇ ਨੇ ਕਿ ਤੁਹਾਡੇ ਘਰ 'ਚ ਜਪਜੀ ਸਾਹਿਬ ਪੜ੍ਹੀ ਜਾਂਦੀ ਹੈ? ਕਹਿੰਦੇ ਨਹੀਂ। ਜਿਸ ਘਰ ਦੇ ਵਿੱਚ ਕਹਿੰਦੇ ਜਪਜੀ ਸਾਹਿਬ ਨਹੀਂ, ਜਿਸ ਘਰ ਦੇ ਵਿੱਚ ਬਾਣੀ ਨਹੀਂ, ਜਿਸ ਘਰ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਨਹੀਂ, ਉਹ ਸਾਰੇ ਭੂਤ ਨੇ। ਮਹਾਰਾਜ ਕਹਿੰਦੇ ਮਹਾਰਾਜ ਨੇ ਲਿਖਿਆ ਕਬੀਰ ਸਾਹਿਬ ਕਹਿੰਦੇ ਕਬੀਰ ਜੇਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ ਤੇ ਘਰ ਮਰਗੜ ਸਾਰ ਕੇ ਭੂਤ ਬਸੈ ਤਿਨ ਮਾਹੇ। ਜਿਸ ਘਰ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਨਹੀਂ, ਵਾਹਿਗੁਰੂ ਜੀ ਦੀ ਵਡਿਆਈ ਨਹੀਂ, ਕਹਿੰਦੇ ਉਹ ਘਰ ਦੇ ਵਿੱਚ ਤਾਂ ਭੂਤ ਹੀ ਵਸਦੇ ਨੇ। ਔਰ ਗੁਰਬਾਣੀ ਨੂੰ ਜਿਵੇਂ ਜਿਵੇਂ ਅਸੀਂ ਪਰਚੋਲਾਂਗੇ, ਗੁਰਬਾਣੀ ਦਾ ਅਭਿਆਸ ਕਰਾਂਗੇ, ਤੇ ਮਹਾਰਾਜ ਨੇ ਕਿਹਾ ਤੀਹੀ ਜਨੂ ਦੀ ਪੁੱਤ ਜਨੂਰਾ ਜੋਰੂ ਜਿਨ੍ਹਾਂ ਦਾ ਸਰਦਾਰ। ਕਹਿੰਦੇ ਜਿਸ ਦੀ ਧੀ ਪ੍ਰੇਤ, ਜਿਸ ਦਾ ਪੁੱਤਰ ਪ੍ਰੇਤ, ਜਿਸ ਦੀ ਘਰਵਾਲੀ ਪ੍ਰੇਤ, ਜਿਹੜੇ ਨਾਮ ਤੋਂ ਸਖਨੇ ਨੇ, ਉਸ ਘਰ ਦੇ ਸਾਰੇ ਜੀਵ ਹੀ ਪ੍ਰੇਤ ਹਨ, ਸਾਰੇ ਜੀਵ ਹੀ ਭੂਤ ਤੇ ਬੇਤਾਲੇ ਹਨ। ਜਿਸ ਦੇ ਘਰ ਵਿੱਚ ਪਰਮਾਤਮਾ ਦੀ ਬੰਦਗੀ ਨਹੀਂ, ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ। ਭਗਤ ਜੀ ਕਹਿੰਦੇ ਨੇ ਜਿਹੜਾ ਮਨੁੱਖ ਸੰਸਾਰ ਦੇ ਇਹਨਾਂ ਘਰ ਦੇ ਹੋਕਿਆਂ ਦੇ ਵਿੱਚ ਸੰਸਾਰ ਤੋਂ ਚਲਾ ਜਾਂਦਾ ਹੈ, ਉਸਦੀ ਸੁਰਤ ਉਸ ਮਹਿਲ ਦੇ ਅੰਦਰ ਹੀ ਰਹਿੰਦੀ ਹੈ ਔਰ ਪ੍ਰੇਤ ਦੀ ਜੂਨ ਵਿੱਚ ਰਹਿੰਦੀ ਹੈ। ਕਹਿੰਦੇ ਹੁਣ ਉਹਨਾਂ ਨੇ ਇੱਕ ਕਿਆਸ ਜਿਹੜਾ ਇੱਕ ਭਾਵਨਾ ਨੂੰ ਵਿਅਕਤ ਕੀਤਾ ਆਪਣੇ ਸ਼ਬਦ ਦੇ ਰਾਹੀਂ, ਸੁਰਤ ਦੀ ਗੱਲ ਨੂੰ, ਸੁਰਤ ਦੀ ਉਡਾਰੀ ਨੂੰ ਬਿਆਨ ਕੀਤਾ। ਕਿਉਂਕਿ ਅਸਲ ਵਿੱਚ ਸਾਡੀ ਸੁਰਤ ਦੇ ਨਾਲ ਸਾਡਾ ਕਨੈਕਟ ਹੈ। ਮੈਂ ਇੱਕ ਹੋਰ ਇੱਥੇ ਬੇਨਤੀ ਕਰ ਦੇਵਾਂ, ਜਿਉਂਦੇ ਜੀਵੀ ਸਾਡੀ ਸੁਰਤ ਜਿੱਥੇ ਚੱਲ ਰਹੀ ਹੈ ਉਸ ਤਰ੍ਹਾਂ ਦੀ ਜੂਨ ਸਮਝ ਲਓ ਅਸੀਂ ਮਨੁੱਖਾ ਜੀਵਨ ਵਿੱਚ ਰਹਿ ਕੇ ਹੰਡਾ ਰਹੇ ਹਾਂ। ਤਾਂ ਗੁਰੂ ਸਾਹਿਬ ਨੇ ਇੱਕ ਗੱਲ ਬੜੀ ਪਿਆਰੀ ਕਹਿਣੀ ਪਈ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ। ਮਨੁੱਖ ਦੀਆਂ ਕਰਤੂਤਾਂ ਜਿਹੜੀਆਂ ਨੇ ਉਹ ਪਸ਼ੂਆਂ ਵਰਗੀਆਂ ਨੇ, ਅਤੇ ਜਿਹੜਾ ਸਰੀਰ ਹੈ ਉਹ ਮਨੁੱਖਾਂ ਵਰਗਾ। ਇਕੱਲਾ ਸਰੀਰ ਮਨੁੱਖਾਂ ਵਾਲਾ ਮਿਲ ਜਾਣਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਇਹ ਤਾਂ 84 ਲੱਖ ਜੂਨਾਂ ਤੋਂ ਬਾਅਦ ਦੁਰਲਭ ਜਨਮ ਪਰਮਾਤਮਾ ਨੇ ਦੇ ਦਿੱਤਾ। ਗੱਲ ਤਾਂ ਇਹ ਹੈ ਕਿ ਕਰਤੂਤ ਬੰਦਿਆਂ ਵਾਲੀ ਹੋਣੀ। ਜੇ ਮਨੁੱਖਾ ਜੀਵਨ ਲੈ ਕੇ ਵੀ ਕਰਤੂਤਾਂ ਪਸ਼ੂਆਂ ਵਾਲੀਆਂ ਨੇ ਤਾਂ ਸਮਝ ਲੈਣਾ ਫਿਰ ਕਿਤੇ ਨਾ ਕਿਤੇ ਅਸੀਂ ਗੁਰਮਤ ਤੋਂ ਬਹੁਤ ਦੂਰ ਚਲੇ ਗਏ। ਕਿਉਂਕਿ ਗੁਰਮਤ ਤਾਂ ਸਾਨੂੰ ਇਨਸਾਨ ਬਣਾਉਣਾ ਚਾਹੁੰਦੀ ਹੈ, ਸਾਨੂੰ ਮਹਾਨ ਬਣਾਉਣਾ ਚਾਹੁੰਦੀ ਹੈ। ਗੁਰੂ ਸਾਹਿਬ ਦੀ ਸਿੱਖਿਆ ਤਾਂ ਸਾਨੂੰ ਦੈਵਿਕ ਗੁਣਾਂ ਦੇ ਨਾਲ ਭਰਪੂਰ ਕਰਕੇ ਮਾਲੋ ਮਾਲ ਕਰ ਦੇਣਾ ਚਾਹੁੰਦੀ, ਸਾਨੂੰ ਨਾਮ ਦੇ ਕੇ ਉਹ ਧਨਵਾਨ ਬਣਾਉਣਾ ਚਾਹੁੰਦੀ ਹੈ। ਜਿਹੜਾ ਧਨ ਸੰਸਾਰ ਦੇ ਪਦਾਰਥਾਂ ਵਿੱਚ, ਸੰਸਾਰ ਦੀਆਂ ਵਸਤੂਆਂ ਵਿੱਚ ਜੋ ਸੁੱਖ ਨਹੀਂ, ਉਹ ਸੁੱਖ ਪਰਮਾਤਮਾ ਦੀ ਸਿਫਤ ਸਲਾਹ ਅਤੇ ਵਡਿਆਈ ਵਿੱਚ ਹੈ। ਜਿਹਨੂੰ ਮਾਰ ਕਹਿੰਦੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ ਹੈ। ਸਾਡੇ ਨਾਲ ਤਾਂ ਜਿਉਂਦੇ ਜੀ ਵੀ ਵਰਤਦਾ। ਭਗਤ ਜੀ ਤਾਂ ਇੱਕ ਖਿਆਲ ਜਿਹੜਾ ਆਪਣਾ ਔਰ ਇੱਕ ਵਿਚਾਰ ਜਿਹੜੀ ਹੈ ਮਨੁੱਖ ਮਾਤਰ ਨੂੰ ਸਮਝਾਉਣਾ ਚਾਹੁੰਦੇ ਨੇ ਤਾਂ ਕਿ ਮਨੁੱਖ ਦੀ ਸੁਰਤ ਮੁੜ ਕੇ ਰੱਬ ਨੂੰ ਨਾ ਭੁਲਾਵੇ, ਪਰਮਾਤਮਾ ਨੂੰ ਨਾ ਵਿਸਾਰੀਏ, ਰੱਬ ਸਾਨੂੰ ਚੇਤੇ ਰਹੇ। ਉਹਨਾਂ ਨੇ ਫਿਰ ਕਿਹਾ ਵੀ ਕਿਤੇ ਜਾ ਕੇ ਮੁਕਤੀ ਵੀ ਹੈ ਕਿ ਮਨੁੱਖਾ ਜੀਵਨ ਮਿਲਿਆ ਅਤੇ ਇਸ ਜੀਵਨ ਵਿੱਚ 84 ਲੱਖ ਜੂਨਾਂ ਦਾ ਗੇੜ ਮੁੱਕ ਜਾਏ, ਇਹ ਵਾਸਨਾਵਾਂ ਖਤਮ ਹੋ ਜਾਣ। ਵਾਸਨਾਵਾਂ ਖਤਮ ਕਿਵੇਂ ਹੁੰਦੀਆਂ ਅਤੇ ਇਹ 84 ਲੱਖ ਜੂਨਾਂ ਦਾ ਗੇੜ ਕਿਵੇਂ ਮੁੱਕਦਾ, ਮਨੁੱਖ ਦੀ ਖਲਾਸੀ ਕਿਵੇਂ ਹੁੰਦੀ ਹੈ। ਉਹਨਾਂ ਨੇ ਲਾਸਟ ਪੰਕਤੀਆਂ ਦੇ ਵਿੱਚ ਇਹ ਜ਼ਿਕਰ ਕਰ ਦਿੱਤਾ। ਕਹਿਣ ਲੱਗੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਭਗਤ ਜੀ ਕਹਿੰਦੇ ਜੋ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ। ਫਿਰ ਮੈਂ ਬੇਨਤੀ ਕਰਾਂ
ਅੰਤ ਸਮਾਂ ਤਾਂ ਰੱਬ ਚੇਤੇ ਆਏਗਾ ਜੇ ਪੂਰੀ ਜ਼ਿੰਦਗੀ ਉਸ ਦੇ ਨਾਲ ਜੁੜਾਂਗੇ, ਉਸ ਦੇ ਨਾਲ ਸੰਵਾਦ ਕਰਾਂਗੇ, ਉਸ ਨੂੰ ਅਨੁਭਵ ਕਰਾਂਗੇ, ਉਸ ਦੇ ਨਾਲ ਨੇੜਤਾ ਮੰਨਾਂਗੇ। ਹਰ ਰੋਜ਼ ਜਿਹੜਾ ਬੰਦਾ ਇਸ ਖਿਆਲ ਦੇ ਵਿੱਚ ਰਹੇਗਾ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਇਹ ਇੱਕ ਦਿਨ ਦਾ ਕਨਸੈਪਟ ਨਹੀਂ ਹੈ। ਸੁਰਤ ਨੂੰ ਪੱਕਾ ਕਰਨਾ, ਸੁਰਤ ਦੇ ਵਿੱਚ ਪਰਮਾਤਮਾ ਦੀ ਹੋਂਦ ਦਾ ਅਨੁਭਵ ਹੋ ਜਾਣਾ, ਇਹ ਸੌਖੇ ਕਾਰਜ ਨਹੀਂ ਹਨ। ਇਹ ਰੋਜ਼ ਰੋਜ਼ ਦਾ ਅਭਿਆਸ ਹੈ। ਇਹ ਤਾਂ ਗੁਰਬਾਣੀ ਨੂੰ ਸਮਝ ਕੇ ਤਾਂ ਮੈਂ ਸ਼ੁਰੂ 'ਚ ਬੇਨਤੀ ਕੀਤੀ ਸੀ ਕਿ ਜੀਵਨ ਵਿੱਚ ਸੰਵਾਦ ਕਰਨਾ ਸਿੱਖਣੇ, ਬਾਣੀ ਦੇ ਨਾਲ ਆਪਣੇ ਆਪ ਨੂੰ ਅਟੈਚ ਕਰਕੇ ਵੇਖਣਾ ਵੀ ਮੈਂ ਕਿੱਥੇ ਖਲੋਤਾ ਹੋਇਆ। ਕਰਤੇ ਵਿੱਚ ਤਾਂ ਗੁਣ ਨੇ, ਮੇਰੇ ਵਿੱਚ ਸਾਰੇ ਔਗੁਣ ਨੇ, ਉਹਨਾਂ ਔਗੁਣਾਂ ਦੀ ਪਰਚੋਲ ਕਰਨੀ ਆਪਣੀ। ਅਤੇ ਜਿਹੜਾ ਮਨੁੱਖ ਉਸ ਰੱਬ ਨੂੰ ਚੇਤੇ ਕਰਦਾ ਹੈ, ਅੰਤ ਕਾਲ ਵਿੱਚ ਜਿਹਨੂੰ ਰੱਬ ਚੇਤੇ ਆਉਂਦਾ, ਕਿਉਂਕਿ ਜੀਵਨ ਦੇ ਅੰਦਰ ਇਹ ਧਾਰਨਾ ਨੂੰ ਪੱਕੀ ਕਰ ਲੈਣਾ ਕਿ ਜਿਸ ਤਰ੍ਹਾਂ ਦੇ ਸੰਗ ਵਿੱਚ ਅਸੀਂ ਜੀਵਨ ਜਿਉਂਦੇ ਹਾਂ, ਉਹ ਸੰਗ ਦਾ ਪ੍ਰਭਾਵ ਸਾਡੀ ਸੁਰਤ ਦੇ ਉੱਪਰ ਹੁੰਦਾ ਹੈ। ਅਤੇ ਜਿਸ ਤਰ੍ਹਾਂ ਦੀ ਸੰਗਤ ਹੈ, ਉਸ ਤਰ੍ਹਾਂ ਦੀ ਸਾਡੀ ਸੁਰਤ ਪੱਕ ਜਾਂਦੀ ਹੈ। ਜੇ ਸਤ ਸੰਗਤ ਵਿੱਚ ਰਹਾਂਗੇ, ਮੈਂ ਕਈ ਵਾਰੀ ਬੇਨਤੀ ਕਰਦਾ, ਮਨੁੱਖ ਸੰਗਤ ਤੋਂ ਬਿਨਾਂ ਨਹੀਂ ਰਹਿ ਸਕਦਾ। ਜੇ ਇਹ ਕਿਤੇ ਮਾੜੀ ਸੰਗਤ ਛੱਡ ਦਿੰਦਾ ਅਤੇ ਐਸਾ ਨਹੀਂ ਵੀ ਇਹ ਮਾੜੀ ਸੰਗਤ ਛੱਡ ਦਿੱਤੀ ਅਤੇ ਇਹ ਮਾੜੀ ਸੰਗਤ ਤੋਂ ਛੱਡਣ ਤੋਂ ਬਾਅਦ ਇਹ ਇਕੱਲਾ ਰਹਿ ਜਾਏਗਾ, ਨਹੀਂ। ਮਨੁੱਖ ਨੂੰ ਸੰਗਤ ਦੀ ਸੰਗ ਦੀ ਲੋੜ ਹੈ। ਇਹ ਮਾੜੀ ਸੰਗਤ ਛੱਡੇਗਾ, ਫਿਰ ਚੰਗੀ ਸੰਗਤ ਵਿੱਚ ਆ ਜਾਏਗਾ। ਇਹ ਇਕੱਲਾ ਨਹੀਂ ਰਹਿ ਸਕਦਾ। ਮਨੁੱਖ ਨੂੰ ਸੰਗ ਦੀ ਲੋੜ ਹੈ। ਇਹ ਸੰਗਤ ਤੋਂ ਬਿਨਾਂ ਨਹੀਂ ਰਹਿੰਦਾ। ਸੰਗਤ ਵੀ ਤੁਸੀਂ ਦੇਖੋਗੇ ਨਾ ਕਿ ਮਨੁੱਖ ਨੂੰ ਕਿਸੇ ਵੀ ਚੀਜ਼ ਦੀ ਸੰਗਤ ਚਾਹੀਦੀ ਹੈ। ਇਸ ਕਰਕੇ ਅਸੀਂ ਅੱਜ ਸਮਾਜ ਵਿੱਚ ਵਿਚਰਦੇ ਵੇਖਦੇ ਹਾਂ ਕਿ ਪੁਰਾਤਨ ਸਮਾਂ ਸੀ ਜਦੋਂ ਘਰ ਦੇ ਸਾਰੇ ਬਹਿ ਕੇ ਸ਼ਾਮ ਨੂੰ ਅਕਥ ਕੀ ਕਥਾ ਕਹਾਣੀ ਕਰਦੇ ਸਨ, ਹਰ ਕੀਆਂ ਕਥਾ ਕਹਾਣੀਆਂ ਕਰਦੇ ਸਨ, ਗੱਲਬਾਤ ਹੁੰਦੀ ਸੀ। ਹੁਣ ਬਹੁਤ ਘੱਟ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਸ਼ਾਮ ਨੂੰ ਬਹਿ ਕੇ ਘਰ ਵਿੱਚ ਸੰਵਾਦ ਹੁੰਦਾ ਹੈ, ਵਿਚਾਰ ਚਰਚਾ ਹੁੰਦੀ ਹੈ, ਕੋਈ ਗੁਰੂ ਦੀ ਗੱਲ ਹੁੰਦੀ ਹੈ। ਹੁਣ ਮਨੁੱਖ ਦਾ ਸੰਗ ਬਹੁਤਾਤ ਵਿੱਚ ਮੋਬਾਈਲ ਬਣਿਆ ਹੋਇਆ। ਘਰ ਦੇ 4 ਜੀ ਬੈਠੇ ਹੋਣਗੇ, ਕਿਸੇ ਦੇ ਘਰ ਜਾ ਕੇ ਵੇਖੋ, ਇੱਕ 4 ਦੇ 4 ਜੀ ਆਪਣੇ ਆਪਣੇ ਮੋਬਾਈਲ 'ਚ ਬੈਠੇ ਨੇ, ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰ ਰਿਹਾ। ਉਹਦਾ ਸੰਗ ਕੇਵਲ ਮੋਬਾਈਲ ਹੈ, ਫੇਸਬੁੱਕ ਹੈ, ਇੰਸਟਾਗ੍ਰਾਮ ਹੈ, ਜਾਂ ਯੂਟਿਊਬ ਹੈ, ਜਾਂ ਹੋਰ ਪਾਸੇ ਤੁਰਿਆ ਹੋਇਆ। ਮਨੁੱਖ ਦਾ ਸੰਗ ਅੱਜ ਇਹ ਬਣ ਚੁੱਕਿਆ। ਪਰ ਇੱਕ ਸੰਗ 'ਚ ਰਹਿੰਦਾ, ਇਹ ਸੰਗ ਵਿੱਚ ਰਹਿ ਕੇ ਵੀ ਮਨੁੱਖ ਆਪਣੇ ਆਪ ਨੂੰ ਸੁੱਖ ਲੱਭਣ ਦਾ ਯਤਨ ਕਰ ਰਿਹਾ, ਸ਼ਗੁਨ ਲੱਭਣ ਦਾ ਯਤਨ ਕਰ ਰਿਹਾ, ਅਤੇ ਹੋਰ ਮਨੁੱਖ ਵਿਚਲਿਤ ਹੋ ਰਿਹਾ, ਦੁਖੀ ਹੋ ਰਿਹਾ। ਸੰਗ ਤਾਂ ਚਾਹੀਦਾ ਬੰਦੇ ਨੂੰ। ਔਰ ਇਹ ਸੰਗ ਦਾ ਅਸਰ ਮੈਂ ਕਈ ਵਾਰ ਇਸ ਕਰਕੇ ਬੇਨਤੀ ਕਰਦਾ ਕਿ ਰੂਹਾਨੀ ਗੱਲਾਂ ਦਾ ਜਿਹੜਾ ਅਸਰ ਹੈ ਜਾਂ ਸੱਚ ਦਾ ਜਿਹੜਾ ਅਸਰ ਹੈ, ਉਸਦੇ ਨਾਲੋਂ ਸਾਡੀ ਸੁਰਤ ਜਿਹੜੀ ਹੈ ਝੂਠ ਨੂੰ ਛੇਤੀ ਕਬੂਲ ਕਰਦੀ ਹੈ, ਸੱਚ ਨੂੰ ਇਤਨੀ ਛੇਤੀ ਕਬੂਲ ਨਹੀਂ ਕਰਦੀ। ਜੋ ਮੇਰਾ ਆਪਣਾ ਅਭਿਆਸ ਹੈ, ਝੂਠ ਨੂੰ ਉਸ ਵੇਲੇ ਕਨੈਕਟ ਕਰ ਲਏਗੀ, ਗਲਤ ਚੀਜ਼ਾਂ ਨੂੰ ਉਸ ਵੇਲੇ ਹੀ ਇਹ ਫੜ ਲੈਂਦੀ ਹੈ, ਸਹੀ ਚੀਜ਼ਾਂ ਨੂੰ ਫੜਨ ਦੇ ਵਿੱਚ ਇਹ ਦੇਰੀ ਕਰਦੀ ਹੈ। ਫੜ ਵੀ ਲਏਗੀ ਅਤੇ ਗਲਤ ਚੀਜ਼ਾਂ ਜੇ ਇਹਦੇ ਸਾਹਮਣੇ ਵਧੀਆਂ ਚਲੀ ਗਈਆਂ ਤਾਂ ਉਹਨਾਂ ਦੇ ਨਾਲ ਜੁੜ ਜਾਏਗੀ। ਇਹ ਸਹੀ ਗੱਲਾਂ ਨੂੰ ਛੱਡ ਕੇ ਹੋਰ ਪਾਸੇ ਤੁਰ ਪੈਂਦੀ। ਇਸ ਕਰਕੇ ਭਗਤ ਜੀ ਕਹਿੰਦੇ ਨੇ, ਕਹਿੰਦੇ ਜੋ ਮਨੁੱਖ ਅੰਤ ਸਮੇਂ ਪਾਓ ਪੂਰੀ ਜ਼ਿੰਦਗੀ ਜਿਨ੍ਹਾਂ ਨੇ ਰੱਬ ਨੂੰ ਚੇਤੇ ਕੀਤਾ, ਅਤੇ ਜੋ ਮਨੁੱਖ ਇਸ ਯਾਦ ਵਿੱਚ ਟਿਕਿਆ ਹੋਇਆ ਹੈ, ਚੋਲਾ ਤਿਆਗ ਜਾਂਦਾ ਹੈ। ਜਿਹੜਾ ਬੰਦਾ ਕਹਿੰਦਾ ਹੈ ਕਿ ਮੇਰਾ ਨਿਤਨੇਮ ਨਾ ਛੁੱਟੇ, ਮੈਂ ਬਾਣੀ ਨਾਲੋਂ ਦੂਰ ਨਾ ਹੋਵਾਂ, ਮੈਂ ਗੁਰੂ ਦੇ ਵਿਚਾਰ ਦਿੱਤੇ ਹੋਏ ਜਿਹੜੇ ਨੇ ਉਹਨਾਂ ਸਿਧਾਂਤਾਂ ਦੇ ਮੁਤਾਬਿਕ ਜੀਵਾਂ, ਜਿਹੜਾ ਮਨੁੱਖ ਇਸ ਯਾਦ ਵਿੱਚ ਰਹਿੰਦਾ ਹੈ। ਗੁਰਬਾਣੀ ਨੇ ਐਵੇਂ ਨਹੀਂ ਕਿਹਾ, ਕਿਆ ਜਾਣਨਾ ਕਿਬ ਮਰੈਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸੈਲਾ ਮਰਨਾ ਹੋਏ। ਜੇ ਰੱਬ ਜੀ ਚੇਤੇ ਮੌਤ ਵੀ ਸੌਖੀ ਜੇ, ਨਹੀਂ ਤਾਂ ਕਈ ਵਾਰੀ ਪ੍ਰਾਣ ਵੀ ਨਹੀਂ ਨਿਕਲਦੇ। ਇਹ ਤਾਂ ਪਤਾ ਨਹੀਂ ਸਾਨੂੰ ਕਿ ਮੌਤ ਕਿੱਦਾਂ ਹੋਣੀ ਹੈ, ਇਹ ਕੋਈ ਗਾਰੰਟੀ ਨਾਲ ਨਹੀਂ ਕਹਿ ਸਕਦਾ ਸੀ ਮਰਨਾ ਕਿਵੇਂ ਹੈ।
ये गल्लां सच ने कि सब ना मरना आया विछोड़ा सबना, पुछो जाए सियाणियां आगे मिलन करा, जिन्ना मेरा साहिब विसरै वड्डी वेदन तिना। जिन्होंने मेरा रब भुल जाता ना, वो वड्डी वेदन विचों गुजरते है, वड्डी पीड़ा चों गुजरते। सतगुरु कहते तो भगत जी कहते जिन्होंने रब जी याद है, इस याद में टिकिया होया वो चोला त्याग जाता है। कहते वो मनुख की हुंदा है, कहते ने वदत त्रिलोचन ते नर मुक्ता। आखन लगे त्रिलोचन आखदा है कि वो मनुख तन इस्त्री पुत्र घर आदि के मोह तो आज़ाद हो जाता है। इसका अर्थ है कि रब की याद इन्हां सारियां तो खलासी करा सकती, उस तो बिना होर कोई खलासी कराने वाला नहीं। मुक्त किस तो होना? तन की पकड़ तो, इस्त्री की पकड़ तो, परिवार की पकड़ तो, और घर की पकड़ तो, पुत्रां की पकड़ तो आज़ाद होना है। कहते जिहड़ा नाम जपदा है वो मनुख तन इस्त्री पुत्र घर आदि के मोह तो आज़ाद हो जाता है, तो पितंबर वाके हृदय वसै, उसके हृदय च परमात्मा आप आ वसदा है। जदों ये मोह छड्ड देवांगे संसार का, परमेश्वर अपने आप इस हृदय विच आके अपना टिकाणा बना लेगा। क्योंकि रारा रस निरस कर जानिया होए निरस यह रस पहचानिया। कहते ओह रस छाड़े यह रस आवा, यह रस पिया वो रस ना पावा। जिन्होंने ये नाम का रस पी लिया उन्होंने फिर संसार के रस चंगे नहीं लगते। राम रस पिया रे जे रस विसर गए रस होर सारे रस जीवन चों विसर जाते हैं। सो इस शब्द के राही जो डुंगाई कवि भगत त्रिलोचन जी ने साडे सामने रखी, ये गल्लां बड़ी समझण वालियां हैं कि साडी सुरत जिहड़ी है वो किस तरह आज़ाद हो सकती है। क्योंकि असल विच संसार दे विच रहिंदिआं होइआं इन्हां चिंतावां दे विच रहना, महल माड़ियां विच अपनी सुरत नूं भटकन ना देना, ये साडा अभ्यास होना चाहिए। साडी सुरत इन्हां विच भटकदी रहिंदी है और असी जो भटकी हुई सुरत करके परमात्मा के चरणों नाल जुड़ नहीं पाते। इस करके ये जिहड़ी विचारधारा है ये भगत जी ने मनुखता के सामने ये सही रस्ता जीवन का दस्या है, ताकि मनुखता सुचेत होकर नाम जप सके, उस परमात्मा की सिव सलाह विच लग सके। क्योंकि गुरु साहब जी ने भी इस तरह के जिहड़े ख्यालात ने वो मनुखों के सामने अपनी बाणी राही बार बार रखने का यतन किया है। सो प्यार वालों, जदों असी इस विचारधारा का मनन करांगे, अपनी सुरत के तल ते जाके इसनूं विचारन का यतन करांगे, उस दिन जाके सानू इस तत्त की समझ आवेगी। बाहर दीयां गल्लां सुन लैणियां, गल्लां कर लैणियां, ये विचारधारा जिहड़ी है उन्ना चिर पकड़ विच नहीं आनी जिन्ना चिर असी इस गल नूं नहीं समझांगे। इस मन को कोई खोजो पाई, तन छूटै मन कहाँ समाई। इस तन की खोज करांगे, जिहड़ी खोज भगत त्रिलोचन जी ने की। जदों तन छुटदा है मन कित्थे जांदा है, पूरा शब्द का जिहड़ा दृश्य है वो साडे सामने रख दिता है कि वो मन जांदा कित्थे है। जिस मन विच जो विचारधारा है उस मुताबिक वो अगे उस जून विच भटकदा फिरदा है। जे असी खलासी करनी है, जे असी आज़ाद होना, जिउंदे जी असी मुक्ति हासिल करना चाहुंदे हैं, फिर उस रब जी नूं चेते करिए। ये भगत जी कहना चाहते हैं, मुए हुए जो मुकत देओगे मुकत न जाना कोयला। जिउंदे जी असी मुक्त होना है। कह बेणी सुनो रे संतो मरण मुकत किन पाई। मरण तो बाद बहुत सारे असी कर्म करते हैं भी बंदा मुक्त हो जाए। अखंड पाठ रखाते हाँ, अरदासा करते फिरते हाँ, दान पुण्य करते हाँ, मंजर दान करते, दुनिया भर दी चीज़ां करते हैं। चाहिए यह है कि जिउंदे जी अपनी सुरत नूं उन्हां जंजालां चों कढ के सच नाल जोड़िए, फिर ही साडा जीवन मुक्त है। जिउंदे जी कीती हुई करिया है रब दी दरगाह प्रवान है। मरण तो बाद मुक्ति किन्नू मिलती है? बाणी कहती है, ये कहते ने मरण तो बाद मुक्ति किन्ने हासिल की है? जिउंदे जी मुक्ति चाहिए है। सो जिहड़ा सिੱਖੀ ਦਾ कंसैप्ट है वो जिउंदे जी असी इन्हां सारे जंजालों तो मुक्त होना है। धन इस्त्री पुत्र घर दे मोह तो खलासी जिउंदे जी करनी है। और ये गल समझनी है कि ये सारियां चीज़ां सिर्फ बरतन वास्ते ने।
ਪਰ ਇਹ ਪਤਾ ਕੀ ਹੁੰਦਾ ਹੈ, ਸੋ ਮੈਂ ਧਨ ਰਾਖਣ ਕੋ ਦੀਆ ਮੁਗਧ ਕਹਿ ਤਨ ਮੇਰਾ। ਪਕੜ ਪੈਦਾ ਹੋ ਜਾਂਦੀ, ਦਿੱਤਾ ਸੀ ਵਰਤਨ ਵਾਸਤੇ, ਮੂਰਖ ਕਹਿੰਦਾ ਮੇਰਾ ਹੈ। ਬਸ ਇਤਨੀ ਜੀ ਗੱਲ ਹੈ। ਗੁਰਬਾਣੀ ਕਹਿੰਦੀ ਇਹ ਵਰਤਨ ਵਾਸਤੇ ਚੀਜ਼ਾਂ ਦਿੱਤੀਆਂ, ਇਹ ਪਰਿਵਾਰ ਨੂੰ ਵਰਤਣਾ ਹੈ, ਤਨ ਨੂੰ ਵਰਤਣਾ ਹੈ, ਘਰ ਨੂੰ ਵਰਤਣਾ ਹੈ। ਇਹ ਰੈਣ ਵਸੇਰੇ ਨੇ, ਤੇਰਾ ਪੱਕਾ ਟਿਕਾਣਾ ਨਹੀਂ ਹੈ। ਤੇਰਾ ਟਿਕਾਣਾ ਕੋਈ ਹੋਰ ਹੈ। ਜਿਸ ਘਰ ਮੈਂ ਤੂੰ ਰਹਿਣਾ ਵਸਣਾ, ਸੋ ਕਰ ਚੀਤ ਨਾ ਆਇਓ। ਜਿੱਥੇ ਤੂੰ ਰਹਿਣਾ ਹੈ ਵਸਣਾ ਉਹ ਤੈਨੂੰ ਚੇਤੇ ਨਹੀਂ। ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਜਿਸ ਘਰ ਨੂੰ ਛੱਡ ਜਾਣਾ ਉਹਦੇ ਵਿੱਚ ਮਨ ਜੋੜ ਕੇ ਜ਼ਿੰਦਗੀ ਬਤੀਤ ਕਰ ਰਿਹਾ, ਔਰ ਜਿਸ ਘਰ 'ਚ ਤੇਰਾ ਸੱਚਾ ਟਿਕਾਣਾ ਹੈ ਉਹ ਤੈਨੂੰ ਚੇਤੇ ਵੀ ਨਹੀਂ। ਇਹ ਗੁਰਬਾਣੀ ਸਾਨੂੰ ਚੇਤਾ ਕਰਾ ਰਹੀ ਹੈ। ਇਤਨੇ ਬਚਨ ਅੱਜ ਦੇ ਸ਼ਬਦ ਦੇ ਰਾਹੀਂ ਪ੍ਰਵਾਨ ਕਰਨੇ। ਯਤਨ ਕੀਤਾ ਦਾਸ ਨੇ ਕਿ ਭਗਤ ਜੀ ਨੇ ਜੋ ਵਿਚਾਰ ਰੱਖੀ ਹੈ ਤੁਹਾਡੇ ਸਮਕਸ਼ ਰੱਖੀ ਜਾਏ, ਤਾਂ ਕਿ ਅਸੀਂ ਇਸ ਵਿਚਾਰ ਦੇ ਰਾਹੀਂ ਆਪਣੇ ਮਨ ਨੂੰ ਇਹਨਾਂ ਵਾਸਨਾਵਾਂ ਤੋਂ ਮੁਕਤ ਕਰ ਸਕੀਏ। ਬੇਅੰਤ ਭੁੱਲਾਂ ਦੀ ਖਿਮਾ। ਸਾਰਿਆਂ ਦੇ ਜੀ ਆਇਆਂ ਨੂੰ ਸਾਰਿਆਂ ਨੂੰ ਧੰਨਵਾਦ। ਪਿਆਰ ਨਾਲ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।